ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਰੀਅਲ ਸਟੇਟ ਗੁਰੂ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਅੱਜ ਦਾ ਦਿਨ ਤੁਹਾਨੂੰ ਪਤਾ ਹੈ ਕਿ ਹਰ ਮੰਗਲਵਾਰ ਨੂੰ ਸਾਡੇ ਨਾਲ ਨੈਮ ਕੁਲਾਰ ਜੀ ਜੁੜਦੇ ਨੇ, ਜਿਹੜੇ ਕਿ ਤੁਹਾਨੂੰ ਜਾਣਕਾਰੀ ਦਿੰਦੇ ਨੇ ਰੀਅਲ ਸਟੇਟ ਇੰਡਸਟਰੀ ਐਡਮਿੰਟਨ ਦੇ ਬਾਰੇ ਵਿੱਚ। ਨੈਮ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਤਾਂ ਦੋਸਤੋ, ਨੈਮ ਭਾਜੀ ਜਿੱਦਾਂ ਆਉਂਦੇ ਆ, ਆਪਾਂ ਨੂੰ ਜਾਣਕਾਰੀ ਦਿੰਦੇ ਆ ਕਿਸ ਤਰ੍ਹਾਂ ਘਰ ਇੱਕ ਜਿਹੜਾ ਹੈਗਾ ਤੁਸੀਂ ਸੁਪਨਿਆਂ ਦਾ ਘਰ ਲੈ ਸਕਦੇ ਹੋ, ਕਿਸ ਢੰਗ ਦੇ ਨਾਲ ਕਿਸੇ ਨੇ ਆਪਣਾ ਘਰ ਸੇਲ ਕਰਨਾ ਇੱਕ ਅੱਛੇ ਢੰਗ ਦੇ ਨਾਲ, ਅੱਛੇ ਪ੍ਰਾਈਸ ਦੇ ਨਾਲ, ਛੇਤੀ ਟਾਈਮ ਦੇ ਵਿੱਚ ਵਿਕਿਆ ਜਾ ਸਕਦਾ ਹੈ। ਅੱਜ ਵੀ ਉਸੇ ਤਰ੍ਹਾਂ ਦੀਆਂ ਗੱਲਾਂ ਕਰਾਂਗੇ, ਕਿਉਂਕਿ ਸਵਾਲ ਸਾਡੇ ਕੋਲ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਰੋਜ਼ਾਨਾ ਜਿੱਦਾਂ ਦੇ ਸਾਡੇ ਦਰਸ਼ਕ ਨੇ ਸਾਨੂੰ ਭੇਜਦੇ ਰਹਿੰਦੇ ਨੇ, ਅਸੀਂ ਉਸ ਤਰ੍ਹਾਂ ਦੇ ਸਵਾਲ ਆਪਣੇ ਐਕਸਪਰਟਸ ਤੋਂ ਪੁੱਛਦੇ ਰਹਿੰਦੇ ਹਾਂ। ਤੇ ਸਾਡੇ ਕੋਲ ਕਾਫੀ ਜਿਹੜੀ ਕੁਐਸਚਨਸ ਇਸ ਹਫਤੇ ਵੀ ਜਿਹੜੇ ਆਏ ਸੀਗੇ, ਉਹਨਾਂ ਨੂੰ ਮੈਂ ਸਵਾਲ ਅੱਜ ਇੱਕ ਦਫਾ ਫੇਰ ਨੈਮ ਭਾਜੀ ਨੂੰ ਪੁੱਛਾਂਗਾ। ਤਾਂ ਨੈਮ ਭਾਜੀ, ਜਿਵੇਂ ਕੁਝ ਬਾਇਰਸ ਦੀ ਇੱਕ ਗੱਲ ਹੁੰਦੀ ਹੈ ਵੀ ਬਾਇਰਸ ਦੀ ਜਿਹੜੀ ਇੱਕ ਕੁਐਸਚਨਿੰਗ ਹੁੰਦੀ ਹੈ ਵੀ ਜਿਹੜਾ ਇੱਕ ਰੀਅਲਟਰ ਹੈ, ਰੀਅਲਟਰ ਦੀ ਗੱਲ ਕਰਦੇ ਆ ਵੀ ਰੀਅਲਟਰ ਸਭ ਤੋਂ ਪਹਿਲਾਂ ਤਾਂ ਇੱਕ ਹੁੰਦਾ ਵੀ ਅਗਰ ਮੈਂ ਰੀਅਲਟਰ ਨੂੰ ਇਨਵੋਲਵ ਕਰਦਾ ਤਾਂ, ਕਿਉਂਕਿ ਕਾਫੀ ਲੋਕਾਂ ਨੂੰ ਪਤਾ ਹੈ, ਜਿਹੜੇ ਨਵੇਂ ਬੰਦੇ ਨਹੀਂ ਪਤਾ ਵੀ ਮੈਂ ਅਗਰ ਰੀਅਲਟਰ ਨੂੰ ਇਨਵੋਲਵ ਕਰਦਾ ਤਾਂ ਉਹਨੂੰ ਮੈਨੂੰ ਕੋਈ ਕਮਿਸ਼ਨ ਦੇਣਾ ਪੈਣਾ, ਜਾਂ ਮੈਨੂੰ ਕੋਈ ਫੀਸ ਦੇਣੀ ਪੈਣੀ ਹੈ, ਜਾਂ ਤੁਹਾਨੂੰ ਕੋਈ ਚਾਰजेस ਦੇਣੇ ਪੈਣੇ ਆ। ਇਹਦੇ ਬਾਰੇ ਥੋੜਾ ਦੱਸੋ। ਜਿਹੜੀ ਤੁਹਾਡੀ ਸਰਵਿਸਿਜ਼ ਹੁੰਦੀਆਂ ਨੇ ਬਾਇਰ ਦੇ ਪ੍ਰਤੀ, ਕਿਸ ਢੰਗ ਦੇ ਨਾਲ ਸਰਵਿਸਿਜ਼ ਹੁੰਦੀਆਂ ਨੇ, ਕੀ ਤੁਹਾਡੀ ਫੀਸ ਚਾਰजेस ਹੁੰਦੀਆਂ ਨੇ, ਤੇ ਕਿਸ ਤਰ੍ਹਾਂ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ? ਬਹੁਤ ਸੋਹਣਾ ਕੁਐਸਚਨ ਹੈ ਇਹ। ਆਮ ਮੈਨੂੰ ਵੀ ਇਹ ਸੁਣਨ ਨੂੰ ਮਿਲਦਾ ਜਦੋਂ ਪਹਿਲੀ ਵਾਰੀ ਫਸਟ ਟਾਈਮ ਹੋਮ ਬਾਇਰਸ ਨੂੰ ਮਿਲਦੇ ਆ, ਜਾਂ ਮੰਨ ਲਓ ਸੈਕਿੰਡ ਵਾਰੀ ਉਹਨਾਂ ਨੇ ਘਰ ਵੇਚਣਾ ਹੁੰਦਾ, ਲੈਣਾ ਹੁੰਦਾ, ਇਹ ਕੁਐਸਚਨ ਬਾਇਰਸ ਦਾ ਆਉਂਦਾ ਰਹਿੰਦਾ। ਬਹੁਤ ਵਧੀਆ ਕੁਐਸਚਨ ਹੈ ਇਹ ਜੀ। ਤੇ ਉਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਸਰਵਿਸਿਜ਼ ਸਾਡੀਆਂ ਬਾਇਰਸ ਦੇ ਲਈ 100% ਫ੍ਰੀ ਨੇ ਜੀ। ਸੋ ਤੇ ਉਹਦੇ ਵਿੱਚ ਫਿਰ ਬਾਇਰਸ ਦਾ ਕੁਐਸਚਨ ਵੀ, ਜੇ ਸਰਵਿਸਿਜ਼ ਫ੍ਰੀ ਨੇ ਫਿਰ ਤੁਸੀਂ ਸਾਨੂੰ ਸਰਵਿਸ ਕਰਦੇ ਕਿਦਾਂ, ਜਿਵੇਂ ਕਹਿੰਦੇ ਘਰ-ਬਾਰ ਕਿੱਦਾਂ ਚੱਲਦਾ ਤੁਹਾਡਾ? ਹਾਂਜੀ। ਤੇ ਉਹ ਪਰ ਉਹ ਜਿਹੜਾ ਜੋ ਵੀ ਕਮਿਸ਼ਨ ਹੈ ਜਾਂ ਜੋ ਵੀ ਫੀਸ ਨੇ, ਉਹ ਜਦੋਂ ਆਪਣੀ ਟ੍ਰਾਂਜੈਕਸ਼ਨ ਹੋਣੀ ਆ ਉਹ ਸੈਲਰ ਤੋਂ ਮਿਲਣੀ ਆ, ਉਹ ਸੈਲਰ ਨੇ ਪੇ ਕਰਨੀ ਹੁੰਦੀ ਆ, ਉਹਨਾਂ ਦੇ ਟ੍ਰਾਂਜੈਕਸ਼ਨ ਚ ਹੋਣੀ। ਸੋ ਜੋ ਬਾਇਰ ਹੈ, ਬਾਇਰ ਨੂੰ ਅਪ ਫਰੰਟ ਕਾਸਟ ਕੋਈ ਨਹੀਂ। ਸਮਟਾਈਮਸ ਬਾਇਰ ਮੰਨ ਲਓ ਸਾਡੇ ਨਾਲ 2 ਮਹੀਨੇ ਵੀ ਘਰ ਦੇਖਦੇ ਨੇ, ਡਿਪੈਂਡਿੰਗ ਔਨ ਵੀ ਉਹਨਾਂ ਦੀ ਰਿਕੁਆਇਰਮੈਂਟ ਕੀ ਆ, ਜਾਂ ਉਹਨਾਂ ਦਾ ਬੇਸਿਕ ਨੈਸੈਸਿਟੀਜ਼ ਕੀ ਨੇ, ਤੇ ਜਾਂ ਫਿਰ ਉਹਨਾਂ ਨੂੰ ਮੰਨ ਲਓ ਕਿ ਉਹਨਾਂ ਦੀ ਪਰਸਨਲ ਪ੍ਰੈਫਰੈਂਸਿਸ ਕੀ ਨੇ। ਤੇ ਤਾਂ ਕਰਕੇ ਉਹ ਕਈ ਵਾਰੀ ਹੁਣ 2 ਘਰਾਂ ਦੇ ਵਿੱਚ ਘਰ ਪਸੰਦ ਆ ਜਾਂਦਾ ਬਾਇਰਸ ਨੂੰ, ਕਈ ਵਾਰੀ 2 ਮਹੀਨਿਆਂ ਦੇ ਵਿੱਚ ਨਹੀਂ ਆਉਂਦਾ। ਸੋ ਉਹਦੇ ਵਿੱਚ ਉਹਨਾਂ ਦੀ ਕੋਈ ਟਾਈਮ ਦੀ ਪਾਬੰਦੀ ਨਹੀਂ ਵੀ ਆਪਾਂ ਉਹਨਾਂ ਨੂੰ ਕੋਈ 2 ਹਫ਼ਤਿਆਂ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਜਾਂ ਆਪਾਂ 10 ਦਿਨਾਂ ਦੇ ਵਿੱਚ ਘਰ ਲੈ ਕੇ ਦੇਣਾ। ਜਦੋਂ ਕੋਈ ਬੰਦਾ ਆਪਣੇ ਕੋਲੇ ਆਉਂਦਾ, ਕੋਈ ਕਲਾਇੰਟ ਆਉਂਦਾ ਜਾਂ ਕੋਈ ਬਾਇਰ ਆਉਂਦੇ ਨੇ, ਉਹਨਾਂ ਨੂੰ ਜਿਵੇਂ ਉਹਨਾਂ ਨੂੰ ਠੀਕ ਲੱਗਦਾ, ਹੌਲੀ ਹੌਲੀ ਉਹ ਪ੍ਰੋਸੈਸ ਉਹਨਾਂ ਨੂੰ ਸ਼ੁਰੂ ਕਰਕੇ, ਉਹਨਾਂ ਨੂੰ ਬੈਠ ਕੇ ਸਮਝਾ ਕੇ ਵੀ ਕਿਹੜੀ ਚੀਜ਼ ਉਹਨਾਂ ਦੀ ਰਿਕੁਆਇਰਮੈਂਟ ਆ, ਕਿਹੜੀ ਚੀਜ਼ ਵਧੀਆ ਰਹੂਗੀ, ਉਹਨਾਂ ਨੂੰ ਦੱਸ ਕੇ ਸਾਰੀ ਆਪਾਂ ਪ੍ਰੋਸੈਸ ਉਹ ਸ਼ੁਰੂ ਕਰ ਦਿੰਦੇ ਹਾਂ। ਕਈ ਵਾਰੀ ਟਾਈਮ ਜ਼ਿਆਦਾ ਲੱਗ ਜਾਂਦਾ, ਵੱਧ ਲੱਗ ਜਾਂਦਾ, ਪਰ ਉਹਦੇ ਵਿੱਚ ਉਹਨਾਂ ਦੀ ਕਾਸਟ ਕੋਈ ਨਹੀਂ। ਉਹ ਤਾਂ ਜਦੋਂ ਉਹਨਾਂ ਨੇ ਘਰ ਖਰੀਦਣਾ, ਦੈਟਸ ਦੀ ਓਨਲੀ ਕਾਸਟ। ਤੇ ਜਿਹੜਾ ਫੀਸ ਆ ਉਹ ਸੈਲਰ ਦਾ ਘਰ ਜਦੋਂ ਵਿਕੇਗਾ ਉਹ ਸੈਲਰ ਪੇ ਕਰੇਗਾ। ਓਕੇ, ਉਹ ਕਾਸਟ ਮਤਲਬ ਕਿ ਜੋ ਘਰ ਦਾ ਸੇਲ ਪ੍ਰਾਈਸ ਹੋਏਗਾ ਉਹਦੇ ਵਿੱਚ ਤੁਹਾਡੀ ਕੋਈ ਐਡੀਸ਼ਨਲ ਕਾਸਟ ਨਹੀਂ, ਕੋਈ ਐਡੀਸ਼ਨਲ ਕਾਸਟ ਨਹੀਂ ਹੋਏਗੀ। ਕਾਸਟ ਬਾਇਰ ਦੀ ਕਾਸਟ ਸਿਰਫ ਹੋਏਗੀ, ਉਹਨਾਂ ਨੇ ਆਪਦਾ ਲਾਇਰ ਹਾਇਰ ਕਰਨਾ ਜਦੋਂ ਟ੍ਰਾਂਜੈਕਸ਼ਨ ਕੰਪਲੀਟ ਕਰਨਾ। ਉਦੋਂ ਪਹਿਲਾਂ ਉਹਨਾਂ ਦੀ ਕੋਈ ਕਾਸਟ ਨਹੀਂ, ਨਾ ਸੌਫਟ ਕਾਸਟ ਆ, ਨਾ ਕੋਈ ਹਾਰਡ ਕਾਸਟ ਆ। ਉਹਦੇ ਚ ਕੋਈ ਆਪਣੀ ਕਹਿੰਦੇ ਵੀ ਕੋਈ ਹਿਡਨ ਫੀਸ ਨਹੀਂ ਹੈਗੀ, ਕੋਈ ਇਹ ਨਹੀਂਗਾ ਜੀ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਸੀ ਜਾਂ ਕਰਿਆ ਨਹੀਂ ਸੀ। ਐਬਸੋਲੂਟਲੀ ਨਾਟ। ਉਹ ਸਿਰਫ ਤੇ ਸਿਰਫ ਉਹਨਾਂ ਨੂੰ ਸਰਵਿਸ ਐਕਸਪਰਟ ਐਡਵਾਈਸ ਦਿੱਤੀ ਜਾਏਗੀ, ਉਹਨਾਂ ਨੂੰ ਵਧੀਆ ਘਰ ਦਵਾਇਆ ਜਾਏਗਾ, ਤੇ ਜੋ ਉਹ ਘਰ ਜਿਹੜਾ ਬੰਦਾ ਵੇਚੇਗਾ ਉਸ ਬੰਦੇ ਨੇ ਉਹ ਚੋਂ ਉਹ ਫੀਸ ਪੇ ਕਰਨੀ ਹੈ। ਬਿਲਕੁਲ, ਹਰ ਇੱਕ ਬੰਦੇ ਦਾ ਬਿਜ਼ਨਸ ਹੁੰਦਾ ਹੈ, ਹਰ ਇੱਕ ਬੰਦਾ ਕੰਮਕਾਜ ਕਰਦਾ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ। ਅਸੀਂ ਕੋਈ ਵੀ ਚਾਹੇ ਇਸ ਧਰਤੀ ਤੇ ਆਏ ਹਾਂ, ਅਸੀਂ ਕੁਛ ਨਾ ਕੁਛ ਬਿਜ਼ਨਸ ਕਰਦੇ ਹਾਂ, ਕੋਈ ਨਾ ਕੋਈ ਕੰਮਕਾਰ ਕਰਦੇ ਹਾਂ। ਜਿਵੇਂ ਰੀਅਲ ਸਟੇਟ ਦੇ ਉੱਤੇ ਗੱਲ ਕਰਦੇ ਹਾਂ ਵੀ ਇੱਥੇ ਤੁਸੀਂ ਖਾਸ ਕਰਕੇ ਅਗਰ ਆਪਾਂ ਐਡਮਿੰਟਨ ਦੀ ਗੱਲ ਕਰੀਏ ਤਾਂ ਇੱਥੇ ਤੁਸੀਂ ਕੋਈ ਘਰ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਰੀਅਲਟਰ ਜਿਹੜਾ ਹੈਗਾ, ਜਿਵੇਂ ਨੈਮ ਭਾਜੀ ਨੇ ਦੱਸਿਆ ਕਿ ਇਹਨਾਂ ਵੱਲੋਂ ਕੋਈ ਵੀ ਫੀਸ ਤੁਹਾਡੇ ਤੋਂ ਚਾਰਜ ਨਹੀਂ ਕੀਤੀ ਜਾਂਦੀ। ਜੋ ਪ੍ਰਾਈਸ ਤੁਸੀਂ ਡਾਇਰੈਕਟਲੀ ਬਾਏ ਕਰਨਾ ਉਹੀ ਪ੍ਰਾਈਸ ਇਹ ਤੁਹਾਨੂੰ ਦਿਲਾ ਕੇ ਦੇ ਸਕਦੇ ਨੇ। ਉਹਦੇ ਵਿੱਚ ਪਲੱਸ ਇਹ ਹੋ ਜਾਂਦਾ ਵੀ ਅਗਰ ਜਿਵੇਂ ਕਹਿ ਦਿੰਦੇ ਵੀ ਨੈਗੋਸੀਏਸ਼ਨ ਦੀ ਗੱਲ ਹੁੰਦੀ ਹੈ, ਇਹਨਾਂ ਦੀ ਸਾਈਡ ਥੋੜਾ ਜਿਹਾ ਇੱਕ ਸਟਰੋਂਗ ਹੁੰਦੀ ਹੈ ਵੀ ਤੁਹਾਨੂੰ ਦੱਸ ਸਕਦੇ ਨੇ ਵੀ ਕਿਸ ਤਰ੍ਹਾਂ ਤੁਹਾਨੂੰ ਨੈਗੋਸ਼ੀਏਟ ਕਰ ਸਕਦੇ, ਕਿੰਨਾ ਕੁ ਨੈਗੋਸ਼ੀਏਟ ਹੋ ਸਕਦਾ। ਇਸ ਤੋਂ ਇਲਾਵਾ ਤੁਹਾਨੂੰ ਗਾਈਡ ਕਰ ਸਕਦੇ ਨੇ ਕਿਸ ਤਰ੍ਹਾਂ ਘਰ ਇੱਕ ਪ੍ਰੋਪਰ ਢੰਗ ਦੇ ਨਾਲ ਲੱਭਿਆ ਜਾ ਸਕਦਾ, ਤੁਹਾਡੀ ਸੋਚ ਦੇ ਮੁਤਾਬਿਕ, ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਿਕ ਤੁਹਾਨੂੰ ਕਿੱਦਾਂ ਘਰ ਇੱਕ ਵਧੀਆ ਚੂਜ਼ ਕੀਤਾ ਜਾ ਸਕਦਾ। ਨੈਮ ਭਾਜੀ, ਇੱਕ ਹੋਰ ਹੁੰਦਾ ਕਿ ਮੈਂ ਕਈ ਦੇਖਦਾ ਹੈ ਵੀ ਕਾਫੀ ਲੋਕੀ ਜਿਹੜੇ ਹੈ ਨੇ ਘਰ ਬਹੁਤ ਦੇਰ ਤੱਕ ਸਰਚ ਕਰਦੇ ਰਹਿੰਦੇ ਨੇ, ਲੱਭਦੇ ਰਹਿੰਦੇ ਨੇ, ਲੇਕਿਨ ਉਹਨਾਂ ਨੂੰ ਇੱਕ ਪਸੰਦ ਦਾ ਘਰ ਨਹੀਂ ਮਿਲਦਾ। ਐਵਰੇਜ ਜਿਵੇਂ ਲੋਕਾਂ ਦੀ ਗੱਲ ਕਰਦੇ, ਕੋਈ 1 ਮਹੀਨੇ ਤੋਂ ਲੱਭ ਰਿਹਾ, ਕੋਈ 2 ਮਹੀਨੇ ਤੋਂ ਲੱਭ ਰਿਹਾ, 3 ਮਹੀਨੇ ਤੋਂ ਲੱਭ ਰਿਹਾ, ਉਹ ਇੱਕ ਸੈਟੀਸਫਾਈ ਨਹੀਂ ਹੁੰਦੇ। ਉਹ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਉਹਦੇ ਚ 2 ਗੱਲਾਂ ਨੇ ਜੀ। ਇੱਕ ਤਾਂ ਉਹਨਾਂ ਨੂੰ ਰੀਅਲ ਕਾਸਟ ਅੰਡਰਸਟੈਂਡ ਕਰਨੀ ਪੈਂਦੀ ਆ। ਹੁਣ ਮੈਂ ਤਾਂ ਹੁਣ ਬੰਦੇ ਕਹਿੰਦਾ ਜੀ ਤੁਹਾਡਾ ਟਾਈਮ ਵੇਸਟ ਹੋ ਰਿਹਾ ਜੀ, ਤੁਸੀਂ, ਮੇਰਾ ਕੋਈ ਟਾਈਮ ਵੇਸਟ ਨਹੀਂ ਹੋ ਰਿਹਾ ਜੀ। ਮੈਂ ਤਾਂ ਆਲ ਡੇ ਐਵਰੀ ਡੇ, ਚਾਹੇ ਸੰਡੇ ਆ, ਮੰਡੇ ਆ, ਸਵੇਰੇ ਸ਼ਾਮ ਫੋਨ ਉਹਨਾਂ, ਮੈਂ ਤਾਂ ਕੰਮ ਹੈ, ਮੈਂ ਹੁਣ ਜੌਬ ਤੇ ਜਾਣਾ ਹੋਵੇ ਦੈਟਸ ਮਾਈ ਜੌਬ। ਮੈਂ ਸਵੇਰੇ ਉੱਠ ਕੇ ਜਾਣਾ, ਕਲਾਇੰਟਸ ਨੂੰ ਮਿਲਣਾ, ਮੀਟਿੰਗਸ ਕਰਨੀਆਂ, ਚਾਹੇ ਉਹ ਸੈਲਰ ਨਾਲ, ਚਾਹੇ ਬਾਇਰ ਨਾਲ, ਜਾਂ ਮੋਰਗੇਜ ਬ੍ਰੋਕਰਸ ਨਾਲ ਕੰਟੈਕਟਸ ਬਣਾਉਣੇ ਨੇ, ਜਾਂ ਬਿਲਡਰ ਨਾਲ ਜਾ ਕੇ ਪ੍ਰੋਡਕਟ ਨਵੀਂ ਦੇਖਣੀ ਆ, ਜਾਂ ਕੋਈ ਮੈਂ ਆਪਦੇ ਘਰ ਬਣਾ ਰਹੇ ਨੇ ਜਾਂ ਕੋਈ ਬਿਲਡਰ ਬਣਾ ਰਹੇ ਨੇ ਉਹਨਾਂ ਦਾ ਦੇਖਣਾ ਜੀ, ਆਹ ਬਲੂ
ਬਲੂਪ੍ਰਿੰਟ ਬਣ ਰਿਹਾ, ਸਾਡੇ ਕੋਲ ਇੱਥੇ ਲੌਟ ਸਕੇ। ਮੇਰਾ ਤਾਂ ਕੰਮ ਹੀ ਦੈਟਸ ਆਲ ਆਮ ਡੂਇੰਗ ਦੈਟ ਐਨੀਵੇਜ਼। ਸੋ ਉਹਦੇ ਚ ਕੀ ਹੁੰਦਾ ਵੀ ਜਿਹੜੇ ਉਹ ਆਪਣੇ ਕਲਾਇੰਟ ਆਉਂਦੇ ਨੇ, ਕਈ ਵਾਰੀ ਉਹਨਾਂ ਨੂੰ ਹੁੰਦਾ ਜਿਵੇਂ ਅਸੀਂ ਘਰ ਪਰਫੈਕਟ ਲੱਭਣਾ, ਸਾਨੂੰ ਪ੍ਰਾਈਸ ਦੀ ਗੁੱਡ ਡੀਲ ਚਾਹੀਦੀ ਆ। ਹੁਣ ਦੇਖੋ ਜੇ ਆਪਾਂ 3.5-4 ਲੱਖ ਦਾ ਘਰ ਲੈਣਾ, ਆਪਾਂ ਨੂੰ ਸਾਲ ਹੋ ਗਿਆ ਬੇਸਮੈਂਟ 'ਚ ਆਪਾਂ ਰੈਂਟ ਤੇ ਆ ਜਾਂ ਅਪਾਰਟਮੈਂਟ 'ਚ ਆਪਾਂ ਰੈਂਟ ਤੇ ਆ, ਆਪਾਂ $12,000-13,000 ਤਾਂ ਉਹ ਅਪਾਰਟਮੈਂਟ ਦੇ ਵਿੱਚ ਰੈਂਟ, ਮੈਂ ਮਿਨੀਮਮ ਰੈਂਟ ਲਾਇਆ ਐਵਰੇਜ ਮਿਨੀਮਮ ਆਪਾਂ ਬੇਸਮੈਂਟ ਦਾ $700-800 ਰੈਂਟ ਆ, ਅਪਾਰਟਮੈਂਟ ਦਾ $1,200-1,300। ਜੇ ਆਪਾਂ 12 ਮਹੀਨੇ ਘਰ ਸਰਚ ਕਰਨ ਵਾਸਤੇ $12,000-13,000 ਤਾਂ ਬਹੁਤ ਹੀ ਖਰਾਬ ਕਰਤਾ। ਜੇ ਆਪਾਂ ਹੁਣ $2,000-3,000 ਪਿੱਛੇ ਆਪਾਂ ਉਹ ਡੀਲ ਛੱਡ ਦਿੱਤੀ, ਜਾਂ ਆਪਾਂ ਕਹਿੰਦੇ ਨਹੀਂ ਭਾਜੀ ਆ ਘਰ $3,000 ਮਹਿੰਗਾ ਜਾਂ $4,000-5,000 ਮਹਿੰਗਾ, ਈਵਨ $10,000 ਮਹਿੰਗਾ, ਤੁਸੀਂ ਇਹ ਸੋਚੋ ਜੇ ਤੁਸੀਂ ਅੱਜ ਘਰ ਲੈਂਦੇ ਤੇ 1 ਸਾਲ ਤੱਕ ਤੁਸੀਂ ਉਹਦੀ ਕਿੰਨੀ ਮੋਰਗੇਜ ਪੇ ਆਫ ਕਰ ਦੇਣੀ ਸੀ, ਤੇ ਕਿੱਥੇ ਤੁਸੀਂ ਉਹ ਰੈਂਟ ਖਰਾਬ ਕਰਤਾ ਜਿਹੜਾ ਤੁਸੀਂ ਮਨੀ ਪੇ ਕਰਤੀ, ਡਿਡਨਟ ਗੋ ਐਨੀਵੇਅਰ। ਸੋ ਉਹ ਚੀਜ਼ ਤੁਹਾਨੂੰ ਰੀਅਲ ਕਾਸਟ ਨੂੰ ਹੈਵ ਟੂ ਅੰਡਰਸਟੈਂਡ ਕਰਨੀ ਪੈਣੀ। ਦੂਜੀ ਚੀਜ਼, ਜੇ ਹੁਣ ਬੰਦਾ ਅਪਗ੍ਰੇਡ ਕਰ ਰਿਹਾ ਘਰ, ਉਹ ਹੁਣ 10 ਸਾਲਾਂ ਤੋਂ 12 ਸਾਲਾਂ ਤੋਂ 15 ਸਾਲ ਚ ਘਰ ਚ ਰਹਿ ਰਹੇ ਨੇ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ, ਉਹਨਾਂ ਨੂੰ ਜਾਂ ਤਾਂ ਉਹ ਆਪਦਾ ਘਰ ਬਣਾ ਕੇ 6 ਮਹੀਨੇ ਤੱਕ, ਸਾਲ ਤੱਕ ਬਿਲਡਰ ਕੋਲੋਂ ਉਹ ਮੂਵ ਹੋ ਸਕਦੇ ਨੇ, ਜਾਂ ਉਹਨਾਂ ਨੇ ਵੀ ਚਲੋ ਠੀਕ ਆ ਆਪਾਂ ਹੌਲੀ ਹੌਲੀ ਲੱਭਣਾ ਸ਼ੁਰੂ ਕਰ ਦਿੰਦੇ ਆ, ਜੇ ਕੋਈ ਚੀਜ਼ ਆਪਣੇ ਪਸੰਦ ਆਏਗੀ ਆਪਾਂ ਉਹਨੂੰ ਪ੍ਰੋਸੀਡ ਕਰ ਲਾਂਗੇ, ਨਹੀਂ ਤੇ ਆਪਾਂ ਆਪਦੇ ਘਰ ਚ ਬੈਠੇ ਆ। ਉਹ ਕਲਾਇੰਟ ਆਬਵੀਅਸਲੀ ਸੈਕੰਡ ਬਾਇਰ ਨੇ, ਜਾਂ ਉਹਨਾਂ ਨੇ ਅਪਗ੍ਰੇਡ ਕਰਨੇ, ਜਾਂ ਉਹਨਾਂ ਨੇ ਸੈਕੰਡ ਪ੍ਰਾਪਰਟੀ ਲੈਣੀ ਆ, ਉਹ ਥੋੜੇ ਜਿਹੇ ਹੋਰ ਟਾਈਪ ਦੇ ਬਾਇਰ ਹੋ ਜਾਂਦੇ। ਪਰ ਜਿਹੜਾ ਫਰਸਟ ਟਾਈਮ ਹੋਮ ਬਾਇਰ ਆ, ਰੈਂਟ ਪਲੇਸ ਦੇ ਵਿੱਚ ਆ, ਉਹਨਾਂ ਨੂੰ ਇਹ ਚੀਜ਼ ਅੰਡਰਸਟੈਂਡ ਕਰਨੀ ਪੈਣੀ ਆ ਵੀ ਉਹ ਟਾਈਮ ਵੇਸਟ ਕਰ ਰਹੇ ਨੇ। ਆਪਾਂ ਨੂੰ ਫਿਊਚਰ ਬਾਰੇ ਕਦੇ ਕਿਸੇ ਨੂੰ ਕੁਝ ਨਹੀਂ ਪਤਾ, ਆਪਾਂ ਨੂੰ ਨਹੀਂ ਪਤਾ ਮਾਰਕੀਟ ਅਪ ਜਾਣੀ, ਆਪਾਂ ਨੂੰ ਨਹੀਂ ਪਤਾ ਮਾਰਕੀਟ ਡਾਊਨ ਜਾਣੀ, ਪਰ ਇਹ ਤਾਂ ਹੈ ਨਹੀਂ ਆ ਵੀ ਅੱਜ ਆਪਾਂ 4 ਲੱਖ ਦਾ ਘਰ ਲਿਆ ਤੇ 2 ਮਹੀਨਿਆਂ ਨੂੰ ਜਾਂ 6 ਮਹੀਨਿਆਂ ਨੂੰ ਉਹ 4 ਲੱਖ ਦਾ ਘਰ $1,00,000 ਦਾ ਮਿਲ ਜੂਗਾ। ਇਹ ਕਦੇ ਨਹੀਂ ਹੋਣਾ, ਨਹੀਂ ਮਿਲ ਸਕਦਾ। ਇਹ ਵੀ ਨਹੀਂ ਹੈਗਾ ਵੀ ਅੱਜ ਆਪਾਂ 4 ਲੱਖ ਦਾ ਘਰ, ਉਹ ਡੀਲ ਬਹੁਤ ਸੋਹਣੀ ਸੀ ਅੱਜ ਹੀ ਲੈ ਲਈ ਆਪਾਂ 4 ਲੱਖ ਦਾ ਘਰ ਆ, ਵੀ 2 ਮਹੀਨਿਆਂ ਨੂੰ 6 ਮਹੀਨਿਆਂ ਨੂੰ ਉਹ ਘਰ 6 ਲੱਖ ਦਾ ਹੋ ਜਾਣਾ। ਇਹ ਟੋਰਾਂਟੋ ਮਾਰਕੀਟ ਨਹੀਂ ਹੈ, ਇਹ ਹੋਣਾ ਨਹੀਂ ਕਦੇ ਤੇ ਨਾ ਕਦੇ ਹੋਣਾ। ਐਡਮਿੰਟਨ ਦੇ ਵਿੱਚ ਅਗਲੇ 10-20-25 ਸਾਲਾਂ ਦੇ ਨਹੀਂ ਹੋਏਗਾ, ਕਿਉਂਕਿ ਪੋਪੂਲੇਸ਼ਨ ਨਹੀਂ ਹੈ। ਸੋ ਉਹ ਥੋੜਾ ਜਿਹਾ ਫਿਰ ਉੱਥੇ ਉਹੀ ਗੱਲ ਆ ਜਾਂਦੀ ਵੀ ਜਦੋਂ ਬਾਹਰ ਸਾਡੇ ਕੋਲ ਆਉਂਦਾ, ਉਹਨੂੰ ਉਸ ਗੱਲਾਂ ਸਮਝਾ ਕੇ, ਉਹਨਾਂ ਨੂੰ ਬੈਠ ਕੇ ਮੀਟਿੰਗਸ ਕਰਕੇ, ਮੋਰਗੇਜ ਬ੍ਰੋਕਰ ਨੂੰ ਮਿਲਾ ਕੇ, ਸਾਰੇ ਉਹਨਾਂ ਦੀ ਪ੍ਰੋਗਰਾਮ ਪੂਰਾ ਸੈੱਟ ਕਰਕੇ ਵੀ ਇੰਨਾ ਕੁ ਬਜਟ ਲੈਣਾ, ਆ ਏਰੀਆ 'ਚ ਕਰ ਲੈਣਾ, ਮੋਰਗੇਜ ਕਰਕੇ ਫਿਰ ਉਹਨਾਂ ਨੂੰ ਇਹ ਅਸੀਂ ਗਾਈਡ ਕਰ ਦਈਦਾ ਵੀ ਹਾਂਜੀ ਆਪਾਂ ਦਿਸ ਵੁੱਡ ਬੀ ਦ ਬੈਸਟ ਵੀ ਆਪਾਂ ਚੀਜ਼ ਕਰੀਏ। ਜੀ ਬਿਲਕੁਲ, ਕਿਉਂਕਿ ਦੋਸਤੋ ਸਾਡੇ ਆਪਣੇ ਵਿਊਜ਼ ਹੁੰਦੇ ਨੇ, ਸਾਡੇ ਐਕਸਪਰਟਸ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਨੇ ਇਸ ਪ੍ਰੋਗਰਾਮ ਦੇ ਰਾਹੀਂ। ਕਿਸੇ ਨੂੰ ਵੀ ਬਾਰ-ਬਾਰ ਅਸੀਂ ਕਹਿੰਦੇ ਹਾਂ, ਕਿਸੇ ਦੇ ਬਾਰੇ ਅਸੀਂ ਗਲਤ ਨਹੀਂ ਬੋਲਦੇ, ਕਿਸੇ ਨੂੰ ਅਸੀਂ ਗਲਤ ਨਹੀਂ ਠਹਿਰਾਉਣ ਦੀ ਕੋਸ਼ਿਸ਼ ਕਰਦੇ, ਸਾਡੇ ਆਪਣੇ ਐਕਸਪੀਰੀਅੰਸ ਦੇ ਮੁਤਾਬਿਕ ਅਸੀਂ ਆਪ ਦੀਆਂ ਗੱਲਾਂ ਤੁਹਾਡੇ ਨਾਲ ਆਪਣਾ ਜਿਹੜਾ ਹੈਗਾ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ। ਤਾਂ ਨੈਂਪਾ ਜੀ, ਜਦੋਂ ਇੱਕ ਕਿਸੇ ਨੇ ਆਪਾਂ ਘਰ ਦੇ ਬਾਰੇ ਸੋਚਦੇ ਹਾਂ ਵੀ ਇੱਕ ਆਫਰ ਦੀ ਗੱਲ ਹੁੰਦੀ ਹੈ, ਜਦੋਂ ਅਸੀਂ ਘਰ ਸਿਲੈਕਟ ਕਰ ਲੈਂਦੇ ਹਾਂ, ਹਰ ਇੱਕ ਬੰਦੇ ਦੀ ਸੋਚ ਹੈ, ਸ਼ਾਇਦ ਸਾਡੀ ਕਮਿਊਨਿਟੀ ਦੀ ਹਮੇਸ਼ਾ ਸੋਚ ਹੁੰਦੀ ਹੈ, ਮੇਰੀ ਤਾਂ ਇਹ ਸੋਚ ਅਸੀਂ ਰੱਖਦੇ ਹਾਂ ਵੀ ਯਾਰ ਮੰਨ ਲਓ ਕੋਈ 100 ਰੁਪਏ ਦੀ ਚੀਜ਼ ਹੈਗੀ ਹੈ, ਯਾਰ ਇਹਨੂੰ 90 ਰੁਪਏ ਪਾ ਕੇ ਦੇਖ ਲਓ ਕੀ ਹੈ, ਹਨਾ, ਉਹਦੇ ਵਿੱਚ ਅਸੀਂ ਗਵਾ ਦਿੰਦੇ। ਪਹਿਲਾਂ ਵੀ 1-2 ਦਫਾ ਇਹ ਗੱਲਾਂ ਹੋਈਆਂ ਨੇ। ਤਾਂ ਆਫਰ ਦਾ ਜਿਹੜਾ ਹੈਗਾ, ਆਫਰ ਪਾਉਣ ਦਾ ਸਿਸਟਮ, ਪ੍ਰੋਸੈਸ ਦੀ ਅਗਰ ਆਪਾਂ ਗੱਲ ਕਰੀਏ, ਜਦੋਂ ਇੱਕ ਪ੍ਰਾਪਰਟੀ ਅਸੀਂ ਪਸੰਦ ਆ ਜਾਂਦੀ ਹੈ, ਉਹਨੂੰ ਕਿਸ ਢੰਗ ਦੇ ਨਾਲ ਪ੍ਰੋਸੈਸ ਕਰਨਾ ਚਾਹੀਦਾ, ਕੀ ਪ੍ਰੋਸੈਸ ਰਹਿੰਦਾ ਇਹਦਾ, ਥੋੜਾ ਜਿਹਾ ਮੈਨੂੰ ਦੱਸੋ। ਉਹਦੇ ਚ ਥੋੜੀ ਜਿਹੀ ਅਗੇਨ ਡਿਪੈਂਡ ਕਰਦਾ ਬਾਇਰ ਦੀ ਸਿਚੁਏਸ਼ਨ ਤੇ, ਡਿਪੈਂਡ ਕਰਦਾ ਸੈਲਰ ਦੀ ਸਿਚੁਏਸ਼ਨ ਤੇ। ਜੇ ਤਾਂ ਹੁਣ ਸੈਲਰ ਦੀ ਸਿਚੁਏਸ਼ਨ ਡਾਇਰ ਆ, ਦੇ ਵਾਂਟ ਟੂ ਵੀ, ਉਹਨਾਂ ਨੇ ਪ੍ਰਾਪਰਟੀ ਵੇਚਣੀ ਆ ਹਰ ਹਾਲਤ ਦੇ ਵਿੱਚ, ਫੈਮਿਲੀ ਪ੍ਰੋਬਲਮਸ ਆ ਗਈ ਹੈ, ਜਾਂ ਉਹਨਾਂ ਨੂੰ ਕੋਈ ਜੌਬ ਪ੍ਰੋਬਲਮ ਆ ਗਈ ਹੈ, ਜਾਂ ਉਹ ਕਿਤੇ ਹੋਰ ਸਿਟੀ 'ਚ ਮੂਵ ਕਰ ਰਹੇ ਨੇ, ਉਹਨਾਂ ਨੇ ਅੱਜ ਘਰ ਲਿਸਟ ਕੀਤਾ 5 ਲੱਖ ਦਾ, ਆਪਾਂ ਉਹਨਾਂ ਨੂੰ 4.5 ਲੱਖ ਦੀ ਆਫਰ ਦਿੱਤੀ, ਉਹਨਾਂ ਨੇ ਕਿਹਾ ਜੀ ਲੈ ਲਓ ਸਾਡੇ ਕੋਲੋਂ ਲਾਹੋ। ਫਿਰ ਦੂਜੀ ਗੱਲ ਆਉਂਦੀ ਹੈ ਬਾਇਰ ਤੇ। ਅਗੇਨ ਜੇ ਤਾਂ ਹੁਣ ਉਹ ਬਾਇਰ ਸੈਕੰਡ ਟਾਈਮ ਬਾਏ ਕਰ ਰਹੇ ਨੇ, ਆਲਰੇਡੀ ਘਰ 'ਚ ਬੈਠ ਰਹੇ ਨੇ, ਉਹਨਾਂ ਨੂੰ ਕੋਈ ਰਸ਼ ਨਹੀਂ ਹੈਗਾ, ਉਹਨਾਂ ਨੇ ਪ੍ਰਾਪਰਟੀ ਮੰਨ ਲਓ 5 ਲੱਖ ਦੀ ਨਹੀਂ ਬਾਏ ਕਰਨੀ, ਕੋਈ ਗੱਲ ਨਹੀਂ ਵੇਟ ਕਰਦੇ ਹਾਂ, ਹਜੇ ਤਾਂ ਕੱਲ ਲਿਸਟ ਹੋਈ ਹੈ ਜਾਂ 2 ਹਫ਼ਤੇ ਲਿਸਟ ਹੋਏ ਨੇ, ਲੈਟਸ ਸੀ ਉਹ ਪ੍ਰਾਪਰਟੀ ਕਿੱਥੇ ਜਾਂਦੀ ਹੈ। ਉਹਦੇ ਵਿੱਚ ਜਿਹੜਾ ਹੁਣ ਆਪਣਾ ਆਫਰ ਦਾ ਪ੍ਰੋਸੈਸ ਹੈ ਉਹ ਕੀ ਹੈ ਵੀ ਤੁਸੀਂ ਆਪਾਂ ਦੇਖਦੇ ਹਾਂ ਘਰ ਤੁਹਾਨੂੰ ਪਸੰਦ ਆ ਗਿਆ, ਆਪਾਂ ਬੈਠ ਕੇ ਉਹਦੀ ਇੱਕ ਜਿਵੇਂ ਕਹਿੰਦੇ ਵੀ ਬਿਲਕੁਲ ਉਹ ਜਾ ਕੇ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਵੀ ਨੈਗੋਸ਼ੀਏਸ਼ਨ ਦੀ, ਉਹ ਆਪ ਜਾ ਕੇ ਬੰਦਾ ਡਾਇਰੈਕਟ ਘਰ ਦੇਖ ਸਕਦਾ ਦੂਜੇ ਰੀਅਲਟਰ ਪਾਸ। ਪਰ ਜਿਹੜਾ ਦੂਜਾ ਸੈਲਿੰਗ ਰੀਅਲਟਰ ਆ, ਉਹ ਆਪਾਂ ਨੂੰ ਲੱਗਦਾ ਕਈ ਵਾਰੀ ਆਪਣੀ ਕੁਝ ਹੁੰਦਾ ਵੀ ਜਿਵੇਂ ਕਹਿੰਦੇ ਵੀ ਸਾਨੂੰ ਸਸਤਾ ਮਿਲ ਜਾਏਗਾ, ਨੈਗੋਸ਼ੀਏਸ਼ਨ ਅਸੀਂ ਆਪ ਕਰ ਲਾਂਗੇ, ਜਾਂ ਵਿੱਚ ਦੂਜੇ ਰੀਅਲਟਰ ਦਾ ਬਾਇਰ ਦਾ ਕਮਿਸ਼ਨ ਨਹੀਂ ਹੋਏਗਾ। ਐਬਸੋਲੂਟਲੀ ਰੋਂਗ। ਜਿਹੜਾ ਰੀਅਲਟਰ ਮੈਂ ਜੇ ਘਰ ਵੇਚ ਰਿਹਾ ਵਾਂ, ਮੈਂ ਵੇਚ ਰਿਹਾ ਆਪਦੇ ਸੈਲਰ ਦੇ ਵਾਸਤੇ, ਉਹ ਕਲਾਇੰਟ ਮੇਰਾ ਪਹਿਲਾਂ ਵਾ, ਮੈਂ ਉਹਨਾਂ ਦਾ ਪੱਖ ਪਹਿਲਾਂ ਦੇਖਣਾ, ਮੇਰੀ ਫਿਡਿਊਸ਼ਰੀ ਡਿਊਟੀ, ਮੈਨੂੰ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਪੈਸੇ ਉਹਨਾਂ ਦੇ ਬਚ ਸਕਣ, ਉਹਨਾਂ ਦੇ ਜੇਬ 'ਚ ਪਾਵਾਂ। ਹੁਣ ਜੇ ਮੇਰੇ ਕੋਲੇ ਬਾਇਰ ਆ, ਮੇਰੀ ਡਿਊਟੀ ਹੈ ਵੀ ਮੈਂ ਉਹਨਾਂ ਨੂੰ ਸਸਤਾ ਤੋਂ ਸਸਤਾ ਬੈਸਟ ਨੈਗੋਸ਼ੀਏਸ਼ਨ ਕਰਕੇ ਉਹਨਾਂ ਨੂੰ ਘਰ ਲੈ ਕੇ ਦੇਵਾਂ। ਸੋ ਜਦੋਂ ਉਹ ਕਈ ਵਾਰੀ ਉਹ ਆਪ ਥੋੜਾ ਜਿਹਾ ਤੁਹਾਨੂੰ ਉਹ ਦੇਖਣਾ ਪੈਂਦਾ ਵੀ ਦ ਰਾਈਟ ਟੱਚ, ਠੀਕ ਆ। ਤੇ ਫਿਰ ਜਿਹੜੀ ਹੁਣ ਸਾਡੇ ਕੋਲ ਡੇਟਾ, ਹੁਣ ਤੁਸੀਂ ਬਾਇਰ ਕੋਲ ਚਲੇ ਜਾਂਦੇ ਹੋ, ਜਾ ਕੇ ਘਰ ਲੈ ਲਿਆ, ਆਫਰ ਪਾਤੀ, ਤੁਹਾਡੇ ਕੋਲ ਡੇਟਾ ਕੋਈ ਨਹੀਂ। ਮੇਰੇ ਕੋਲ ਡੇਟਾ ਡੇਲੀ ਦਾ, ਹੁਣ ਆਪਣੇ ਡੇਲੀ ਦਾ ਕੰਮ, ਮੈਨੂੰ ਪਤਾ ਬਿਲਡਰ ਘਰ ਕਿੰਨੇ ਦਾ ਬਣਾ ਰਿਹਾ, ਕਿੰਨੇ ਦਾ ਵੇਚ ਰਿਹਾ, ਦੂਜਾ ਬਿਲਡਰ ਕਿੰਨੇ ਦਾ ਵਿਕਿਆ, ਤੀਜਾ ਘਰ ਕਿੰਨੇ ਦਾ ਲਿਸਟ ਹੋਇਆ ਉਹ ਕਿੰਨੇ ਦਾ ਵਿਕਿਆ ਸੀ, ਕਿੰਨੀ ਦੇਰ ਬਾਅਦ ਵੇਖਿਆ, ਉਹਦੇ ਚ ਕੀ ਫੀਚਰਸ ਸੀਗੇ, 9 ਫੀਟ ਸੀਲਿੰਗ ਸੀ, ਸੈਪਰੇਟ ਐਂਟਰੈਂਸ ਸੀ, ਜਾਂ ਗ੍ਰੈਨਾਈਟ ਕਾਊਂਟਰ ਟਾਪ ਸੀ, ਜਾਂ ਟੈਕਸਚਰਡ ਸੀਲਿੰਗ ਸੀ, ਵਾਟਐਵਰ ਇਟ ਇਜ਼। ਉਹ ਚੀਜ਼ਾਂ ਫਿਰ ਮੈਂ ਦੱਸ ਸਕਦਾ ਜੀ ਦੇਖੋ ਜੀ 4.5 ਲੱਖ ਦਾ ਘਰ ਵੇਖਿਆ, ਆਹ ਘਰ 5 ਲੱਖ ਦਾ ਵੇਖਿਆ, ਇਹਦੇ ਚ ਆਹ ਡਿਫਰੈਂਸਸ ਨੇ।
ਇਹ ਘਰ ਵਰਥ ਕਰਦਾ ਆਪਾਂ ਨੂੰ 485 ਦਾ ਜਾਂ 395 ਦਾ ਜਾਂ ਵਟਐਵਰ ਇਟ ਇਜ਼। ਸੋ ਉਹ ਆਪਾਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ। ਫਿਰ ਜਦੋਂ ਹੁਣ ਉਹਨਾਂ ਨੂੰ ਘਰ ਪਸੰਦ ਆ ਗਿਆ, ਕੰਪੇਅਰਸ ਕਰਕੇ ਦੂਜੇ ਘਰਾਂ ਦੇ ਨਾਲ ਜੋ ਵਿਕੇ ਨੇ, ਜੋ ਲਿਸਟਡ ਨੇ, ਵੀ ਇਹਨਾਂ ਦੀ ਮਾਰਕੀਟ ਦੇ ਵਿੱਚ ਆ ਕੰਪੇਅਰੇਬਲ ਵੈਲਿਊ ਬਣਦੀ ਹੈ, ਆਪਾਂ ਇਹਦੀ ਇੰਨੀ ਕੁ ਆਫਰ ਪਾ ਕੇ ਦੇਖਦੇ ਹਾਂ, ਲੈਟਸ ਟਰਾਈ ਇਟ। ਐਂਡ ਦੈਨ ਫਿਰ ਆਬਵੀਅਸਲੀ ਉੱਥੇ ਜਾ ਕੇ ਅਸੀਂ ਜਦੋਂ ਹੁਣ ਨੈਗੋਸ਼ੀਏਸ਼ਨ ਕਰਨੀ ਹੈ, ਫਿਰ ਉਹ ਆਬਵੀਅਸਲੀ ਸੈਲਰ ਦੇ ਨਾਲ, ਸੈਲਰ ਦੇ ਰੀਅਲਟਰ ਦੇ ਨਾਲ, ਉਹਨਾਂ ਦੇ ਕਲਾਇੰਟ ਦੇ ਨਾਲ ਨੈਗੋਸ਼ੀਏਸ਼ਨ ਕਰਕੇ ਕੋਸ਼ਿਸ਼ ਕਰੀਦੀ ਹੈ ਵੀ ਵੱਧ ਤੋਂ ਵੱਧ ਪੈਸੇ ਸਾਡੇ ਬਾਇਰ ਨੂੰ ਬਚ ਸਕਣ। ਹਾਂਜੀ ਦੋਸਤੋ, ਘਰ ਕਿਸੇ ਵੀ ਤਰ੍ਹਾਂ ਦਾ ਖਰੀਦਣ ਜਾਂ ਵੇਚਣ ਦੇ ਲਈ ਤੁਸੀਂ ਨੈਮ ਕੁਲਾਰ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਰੀਅਲ ਸਟੇਟ ਇੰਡਸਟਰੀ ਦੇ ਵਿੱਚ ਕਾਫੀ ਸਾਲਾਂ ਤੋਂ ਇਹ ਐਜ਼ ਏ ਰੀਅਲਟਰ ਕੰਮ ਕਰ ਰਹੇ ਨੇ। ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਲਗਾਤਾਰ ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰ ਜਾਰੀ ਹੈ। ਹਰ ਮੰਗਲਵਾਰ ਨੂੰ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਜੁੜ ਕੇ ਤੁਹਾਡੇ ਰੂਬਰੂ ਹੁੰਦੇ ਨੇ। ਅਸੀਂ ਇਹਨਾਂ ਪ੍ਰੋਗਰਾਮਾਂ ਨੂੰ ਇੰਗਲਿਸ਼ ਲੈਂਗੁਏਜ ਤੇ ਪੰਜਾਬੀ ਤੇ ਹਿੰਦੀ ਲੈਂਗੁਏਜ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਅਸੀਂ ਪੇਸ਼ ਕਰਦੇ ਹਾਂ। ਸਾਡੇ ਸ਼ੋਜ਼ ਦੇ ਉੱਤੇ ਲੈਂਗੁਏਜ ਜ਼ਰੂਰ ਲਿਖੀ ਹੁੰਦੀ ਹੈ। ਤੁਹਾਨੂੰ ਤੁਸੀਂ ਲੈਂਗੁਏਜ ਆਪਣੀ ਸਿਲੈਕਟ ਕਰਕੇ ਤੁਸੀਂ ਸਾਡੇ ਇਹ ਸ਼ੋਜ਼ ਤੁਸੀਂ ਜ਼ਰੂਰ ਦੇਖ ਸਕਦੇ ਹੋ। ਤਾਂ ਨੈਂਪ ਜੀ, ਇੱਕ ਬਹੁਤ ਵੱਡਾ ਕੁਐਸਚਨ ਹੁੰਦਾ ਹੈ ਕਿ ਜਦੋਂ ਇੱਕ ਕੋਈ ਘਰ ਸਿਲੈਕਟ ਕਰਨ ਦੀ ਕੋਸ਼ਿਸ਼ ਕਰਦਾ, ਜਦੋਂ ਇਸ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਇੱਕ ਸੈਲਰ ਸਾਈਡ ਜਿਹੜਾ ਹੈਗਾ ਰੀਅਲਟਰ ਹੁੰਦਾ, ਇੱਕ ਬਾਇਰ ਸਾਈਡ ਰੀਅਲਟਰ ਹੁੰਦਾ, ਇਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ, ਮਤਲਬ ਕਿ ਇਹਨਾਂ ਦੇ ਇਹ ਕੀ ਚੀਜ਼ ਲਾਈਕ ਹੁੰਦਾ ਵੀ ਜਿਵੇਂ ਤੁਸੀਂ ਕਿਸੇ ਨੂੰ ਘਰ ਸਪੋਜ਼ ਮੈਨੂੰ ਤੁਸੀਂ ਘਰ ਦਵਾ ਰਹੇ ਹੋ ਤੇ ਤੁਸੀਂ ਅੱਗੇ ਜੇ ਕਿਸੇ ਤੋਂ ਘਰ ਲੈ ਰਹੇ ਹੋ ਜਾਂ ਉੱਥੇ ਵੀ ਕਿਤੇ ਨਾ ਕਿਤੇ ਦੂਸਰਾ ਰੀਅਲਟਰ ਇਨਵੋਲਵ ਹੁੰਦਾ ਹੈ? ਬਿਲਕੁਲ ਜੀ। 99% ਜੋ ਟ੍ਰਾਂਜੈਕਸ਼ਨਸ ਹੁੰਦੇ ਨੇ ਰੀਅਲ ਏਸਟੇਟ ਦੇ ਵਿੱਚ, ਜੇ ਘਰ ਲਿਸਟਡ ਆ, ਉਹ ਸੈਕੰਡ ਦੋ ਰੀਅਲਟਰ ਇਨਵੋਲਵ ਹੁੰਦੇ ਨੇ ਉਹਦੇ ਚ। ਇੱਕ ਤਾਂ ਅਸੀਂ ਐਜ਼ ਅ ਪ੍ਰੋਫੈਸ਼ਨ, ਹੁਣ ਜੇ ਤੁਸੀਂ ਆਪਣਾ ਲੋਇਰ ਵੀ ਆਪਾਂ ਕਰਦੇ ਹਾਂ, ਤੁਸੀਂ ਘਰ ਖਰੀਦਣਾ, 99% ਕੀ ਹੁੰਦਾ, ਲੋਇਰ ਸੈਲਰ ਦਾ ਆਪਦਾ ਹੁੰਦਾ, ਬਾਇਰ ਦਾ ਆਪਦਾ ਹੁੰਦਾ। ਕੱਲ ਨੂੰ ਜੇ ਕੋਈ ਉਹਨਾਂ ਦੀ ਫਿਡਿਊਸ਼ਰੀ ਡਿਊਟੀ ਜਾਂ ਉਹਨਾਂ ਦੀ ਜੋ ਲੀਗੈਲਿਟੀਜ਼ ਬਣਦੀਆਂ ਨੇ, ਕੋਈ ਕਨਫਲਿਕਟ ਨਾ ਹੋ ਜਾਵੇ, ਉਹ ਰਿਕੁਆਇਰਮੈਂਟ ਹੈ ਵੀ ਤੁਸੀਂ ਆਪਦਾ ਲੋਇਰ ਰੱਖੋ ਤਾਂ ਕਿ ਉਹ ਤੁਹਾਡਾ ਪੱਖ ਪੂਰ ਸਕਣ, ਤੁਸੀਂ ਆਪਦਾ ਰੀਅਲਟਰ ਰੱਖੋ ਤਾਂ ਕਿ ਉਹ ਤੁਹਾਡਾ ਪੱਖ ਪੂਰ ਸਕਣ। ਸੋ ਹੁਣ ਜਿਹੜਾ ਤੁਸੀਂ ਮੈਨੂੰ ਹਾਇਰ ਕੀਤਾ ਐਜ਼ ਅ ਪ੍ਰੋਫੈਸ਼ਨਲ, ਮੈਂ ਤੁਹਾਡੇ ਨਾਲ ਬਾਉਂਡਡ ਹਾਂ, ਮੈਂ ਤੁਹਾਨੂੰ ਸਰਵਿਸ ਦੇਣੀ ਹੈ, ਮੈਂ ਤੁਹਾਨੂੰ ਬੈਸਟ ਚੀਜ਼ ਕਰਕੇ ਦੇਣੀ ਹੈ। ਸੋ ਹੁਣ ਉਹਦੇ ਵਿੱਚ ਸਾਡੇ ਹੁਣ ਦੂਜੇ ਪ੍ਰੋਫੈਸ਼ਨਲਸ ਨੇ, ਉਹਨਾਂ ਨਾਲ ਸਾਡੀ ਡੇਲੀ ਦੀ ਮੰਨ ਲਓ ਡੀਲਿੰਗਸ ਆ। ਜਦੋਂ ਹੁਣ ਜੇ ਉਹਨਾਂ ਨੇ ਪ੍ਰਾਈਸ ਲਿਸਟ ਵੱਧ ਕੀਤੀ ਹੋਈ ਹੈ ਘਰ ਦੀ, ਮੈਂ ਉਹਨਾਂ ਨੂੰ ਫੋਨ ਕਰਨਾ ਵੀ ਹਾਂਜੀ ਸਰ ਜੀ ਤੁਸੀਂ ਘਰ ਲਿਸਟ ਕੀਤਾ ਹੈ, ਉਹਨਾਂ ਨੇ ਆਟੋਮੈਟਿਕਲੀ ਮੈਨੂੰ ਦੱਸ ਦੇਣਾ ਨੈਮ ਐਬਸੋਲੂਟਲੀ ਯਾਰ ਘਰ 10 15 20 ਹਜ਼ਾਰ ਮਹਿੰਗਾ ਲਿਸਟ ਕੀਤਾ ਹੋਇਆ। ਕਿਉਂ? ਕਿਉਂਕਿ ਕਲਾਇੰਟ ਦੀ ਰਿਕੁਆਇਰਮੈਂਟ ਸੀ, ਜਾਂ ਕਲਾਇੰਟ ਕਹਿੰਦਾ ਵੀ ਮੈਂ ਇਹਦੇ ਚ ਅਪਗ੍ਰੇਡਸ ਪਾਈਆਂ ਹੋਈਆਂ ਨੇ, ਦਿਸ ਇਜ਼ ਵਾਟ ਇਟ ਇਜ਼। ਤੇ ਜਾਂ ਮੈਂ ਕਹਿਣਾ ਵੀ ਯਾਰ ਜੇ ਘਰ ਸਸਤਾ ਲਿਸਟ ਕੀਤਾ, ਮੈਂ ਜਦ ਹੀ ਫੋਨ ਕਰਨਾ ਦੱਸਣਾ ਵੀ ਹਾਂਜੀ ਭਾਜੀ ਘਰ ਤੁਸੀਂ ਬੜਾ ਸਸਤਾ ਲਿਸਟ ਕੀਤਾ, ਉਹਨਾਂ ਨੇ ਕਹਿਣਾ ਜੀ ਹਾਂਜੀ ਮਾਰਕੀਟ ਨਾਲੋਂ 10 15 20 ਹਜ਼ਾਰ ਸਸਤਾ। ਸਾਡੀ ਇੱਕ ਦੂਜੇ ਨਾਲ ਔਨ ਡੇਲੀ ਬੇਸਿਸ ਜਦੋਂ ਹੁਣ ਗੱਲ ਹੁੰਦੀ ਰਹਿੰਦੀ ਹੈ, ਕਦੇ ਕਿਉਂਕਿ ਉਹਨਾਂ ਦਾ ਘਰ ਲਿਸਟ ਆ ਗਿਆ, ਕਦੇ ਮੇਰੇ ਬਾਇਰ ਆ ਗਏ, ਜਾਂ ਉਹਨਾਂ ਦੇ ਅੱਗੇ ਕੋਈ ਬੜੀ ਵੱਡੀ ਕਮਿਊਨਿਟੀ ਨਹੀਂ ਹੈ ਰੀਅਲਟਰਸ ਦੀ, ਆਪਣੇ ਉਨੇ ਕੀ ਬੰਦੇ ਨੇ, ਉਨੀ ਕਮਿਊਨਿਟੀ ਹੈ, ਸਾਰੇ ਜਾਣਦੇ ਨੇ। ਸੋ ਉਹ ਬੜੀ ਜਿਵੇਂ ਕਹਿੰਦੇ ਕੋਆਰਡੀਨੇਸ਼ਨ ਸਾਡੀ ਚੱਲਦੀ ਰਹਿੰਦੀ ਹੈ। ਦੂਜੀ ਗੱਲ ਆ ਜਾਂਦੀ ਹੈ ਸਰਵਿਸ ਦੀ। ਹੁਣ ਤੁਸੀਂ ਘਰ ਦੇਖਣ ਜਾਂਦੇ ਹੋ, ਕਲਾਇੰਟ ਨਾਲ ਤੁਸੀਂ ਰੀਅਲਟਰ ਨਾਲ ਤੁਸੀਂ ਨਹੀਂ ਟਾਈਡ ਅਪ ਹੈਗੇ, ਉਹਨਾਂ ਦੀ ਪਹਿਲਾਂ ਡਿਊਟੀ ਬਣਦੀ ਹੈ ਸੈਲਰ ਨੂੰ ਜਾਂ ਉਹਨਾਂ ਦੇ ਆਪਦੇ ਬਾਇਰਸ ਨੂੰ। ਮੇਰੀ ਡਿਊਟੀ ਬਣਦੀ ਆ ਮੇਰੇ ਕਲਾਇੰਟਸ ਨੂੰ, ਮੇਰੇ ਬਾਇਰਸ ਨੂੰ, ਮੇਰੇ ਸੈਲਰਸ ਨੂੰ। ਘਰ ਲਿਸਟ ਆ ਗਿਆ ਮਾਰਕੀਟ ਦੇ ਵਿੱਚ, ਮੈਂ ਜੇ ਹੁਣ ਫੋਨ ਦਾ ਜਵਾਬ ਨਹੀਂ ਦੇ ਰਿਹਾ, ਆਨਸਰ ਨਹੀਂ ਕਰ ਰਿਹਾ, ਟੈਕਸਟ ਨਹੀਂ ਕਰ ਰਿਹਾ, ਘਰ ਕਿੱਥੋਂ ਵਿਕੂਗਾ? ਜੇ ਹੁਣ ਮੇਰੇ ਕਲਾਇੰਟ ਨੂੰ ਕੋਈ ਘਰ ਪਸੰਦ ਅਸੀਂ ਜਾ ਕੇ ਦੇਖਣਾ ਚਾਹੁੰਦੇ, ਮੈਂ ਜਾ ਕੇ ਦਿਖਾਉਂਦਾ ਨਹੀਂ, ਜਾਂ ਛੇਤੀ ਉਹ ਪ੍ਰੋਸੀਡ ਨਹੀਂ ਕਰਦਾ, ਉਹ ਤੇ ਆਫਰ ਨਹੀਂ ਪਾਉਂਦੇ, ਕੋਈ ਵਧੀਆ ਪ੍ਰਾਈਸ ਤੇ ਮਾਰਕੀਟ ਘਰ ਆ ਗਿਆ ਮਾਰਕੀਟ ਦੇ ਵਿੱਚ, ਤੇ ਕੋਈ ਹੋਰ ਰੀਅਲਟਰ ਨੇ ਆ ਕੇ ਉਹਨਾਂ ਨੇ ਆਪਦੇ ਕਲਾਇੰਟ ਕੋਲੋਂ ਆਫਰ ਪਾ ਦੇਣੀ ਆ, ਜਾਂ ਜਿਹੜਾ ਲਿਸਟਡ ਆ ਉਹਨਾਂ ਨੇ ਛੇਤੀ ਕਰਨਾ ਵੀ ਸਾਨੂੰ ਛੇਤੀ ਪ੍ਰਾਈਸ ਮਿਲ ਜਾਵੇ। ਸੋ ਉਹ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਟੂ ਪ੍ਰੋਵਾਈਡ ਦ ਰਾਈਟ ਸਰਵਿਸ, ਵੀ ਜਾਣੀ ਸਹੀ ਸਮੇਂ ਸਿਰ ਸਹੀ ਸਰਵਿਸ ਪ੍ਰੋਵਾਈਡ ਕੀਤੀ ਜਾਵੇ। ਜੀ ਬਿਲਕੁਲ। ਇੱਕ ਇਹਦੇ ਵਿੱਚ ਜਦੋਂ ਹੁੰਦਾ ਜੀ, ਜਦੋਂ ਆਪਾਂ ਆਫਰ ਪਾਉਣ ਦੀ ਗੱਲ ਹੁੰਦੀ ਹੈ, ਕਈਆਂ ਦੀ ਇਹ ਵੀ ਸੋਚ ਹੁੰਦੀ ਹੈ, ਇਹ ਸਾਡੇ ਦਰਸ਼ਕਾਂ ਦੇ ਕੁਝ ਸਵਾਲ ਨੇ, ਕੁਝ ਮੇਰੇ ਮਨ ਦੇ ਵਿੱਚ ਵੀ ਸਵਾਲ ਨੇ, ਵੀ ਜਦੋਂ ਅਸੀਂ ਕੋਈ ਘਰ ਸੈਲਿੰਗ ਦੇ ਲਈ ਲੱਗਿਆ ਹੋਇਆ, ਅਸੀਂ ਸੋਚਦੇ ਹਾਂ ਵੀ ਇਹ ਘਰ 10 ਦਿਨ ਪਹਿਲਾਂ ਲੱਗਿਆ, ਇਹ ਘਰ 2 ਮਹੀਨੇ ਪਹਿਲਾਂ ਲੱਗਿਆ, ਵੀ ਜਿਹੜਾ 2 ਮਹੀਨੇ ਪਹਿਲਾਂ ਲੱਗਿਆ ਸ਼ਾਇਦ ਇਹ ਸਾਨੂੰ ਜ਼ਿਆਦਾ ਡਿਸਕਾਊਂਟ ਦੇ ਦੂਗਾ। ਇਹ ਏਦਾਂ ਦੀ ਕੁਝ ਸੋਚ ਹੈ, ਏਦਾਂ ਦੀ ਇਹ ਹੁੰਦੀ ਹੈ, ਲੱਗਦਾ ਕੁਝ ਤੁਹਾਨੂੰ ਵੀ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਹੋ ਜਾਂਦਾ ਵੀ ਉਹ ਉੱਥੇ ਡਿਸਕਾਊਂਟ ਦੀ ਆਪਸ਼ਨਸ ਜ਼ਿਆਦਾ ਹੋ ਸਕਦੀਆਂ ਨੇ, ਵੀ ਆਪਾਂ ਵੇਟ ਕਰ ਲੈਂਦੇ 10 ਦਿਨ ਤੋਂ ਹਜੇ 40 ਦਿਨ ਜਾਣ ਦੋ, ਉਦੋਂ ਤੱਕ ਉਹ ਘਰ ਵੀ ਵਿਕ ਜਾਂਦਾ। ਮੈਂ ਮੇਰੇ ਨਾਲ ਰੀਸੈਂਟਲੀ ਹੁਣ, ਕਿਉਂਕਿ ਜਦੋਂ ਮਾਰਕੀਟ ਤੁਹਾਨੂੰ ਦੱਸਿਆ ਸੀਗਾ ਮਈ ਜੂਨ ਦੇ ਵਿੱਚ ਹੌਟ ਹੋ ਗਈ ਸੀ ਜੀ, ਘਰ ਦੇਖ ਰਹੇ ਨੇ ਬਾਇਰ, ਪਿਛਲੇ 2 ਮਹੀਨਿਆਂ ਤੋਂ ਦੇਖ ਰਹੇ ਨੇ ਜੀ, ਘਰ ਪਸੰਦ ਆ ਗਿਆ ਜੀ, ਅੱਜ ਸ਼ਾਮ ਨੂੰ ਘਰ ਪਸੰਦ ਆਇਆ, ਹਾਂਜੀ ਕੱਲ ਨੂੰ ਸਵੇਰੇ ਤੁਹਾਨੂੰ ਡਿਸੀਜਨ ਬਣਾ ਕੇ ਦੱਸਦੇ ਆ, ਆਫਰ ਪਾਉਂਦੇ ਆ। ਨਹੀਂ ਆਪਾਂ ਇੱਕ ਵਾਰੀ ਘਰ ਹੋਰ ਦੇਖਣਾ, ਮੇਰੇ ਬ੍ਰਦਰ ਨੇ ਦੇਖਣਾ, ਮੇਰੀ ਇਨ-ਲॉज ਨੇ ਦੇਖਣਾ, ਜਾਂ ਮੇਰੇ ਸਿਸਟਰ ਨੇ ਦੇਖਣਾ, ਆਪਾਂ ਜਾ ਕੇ ਦੁਬਾਰਾ ਘਰ ਦੇਖਿਆ, ਠੀਕ ਹੈ ਜੀ ਕੱਲ ਨੂੰ ਤਾਂ ਦੱਸ 2 ਦਿਨ ਲੰਘ ਗਏ। ਜਿਹੜਾ ਘਰ ਅੱਜ ਤੁਸੀਂ ਡਿਸੀਜਨ ਬਣਾ ਰਹੇ ਹੋ, ਅੱਜ ਆਪਾਂ ਦੇਖਿਆ, ਉਹ 2 ਦਿਨ ਪਹਿਲਾਂ ਕਿਸੇ ਹੋਰ ਨੇ ਵੀ ਦੇਖਿਆ ਸੀ, ਰਾਈਟ? ਤੇ ਜੇ ਉਹਨਾਂ ਨੇ 2 ਦਿਨ ਬਾਅਦ ਉਹ ਡਿਸੀਜਨ ਬਣਾ ਕੇ ਆਫਰ ਪਾਤੀ, ਯੂ ਲਾਸਟ ਆਊਟ। ਮੈਂ ਕਹਿੰਦਾ ਜੇ ਤੁਹਾਨੂੰ ਘਰ ਪਸੰਦ ਆ, $5-7,000 ਇਜ਼ ਨਾਟ ਗੋਇੰਗ ਟੂ ਮੇਕ ਔਰ ਬ੍ਰੇਕ 4.5 ਲੱਖ ਦੀ ਡੀਲ ਆ ਜੀ। ਜੇ ਤੁਹਾਨੂੰ ਘਰ ਪਸੰਦ ਆ ਤੇ ਮੁੜ ਕੇ ਤੁਹਾਡੇ ਹੱਥੋਂ ਡੀਲ ਲੰਘ ਜਾਂ ਘਰ ਲੰਘ ਗਿਆ, ਜਾਂ ਉਹ ਲੋਕੇਸ਼ਨ ਲੰਘ ਗਈ, ਜਾਂ ਤੁਹਾਨੂੰ ਉਹ ਚੀਜ਼ਾਂ ਉਹਦੇ ਚ ਕੋਈ ਇੰਟੀਰੀਅਰ ਪਸੰਦ ਸੀ, ਉਹ ਮੁੜ ਕੇ ਦੁਬਾਰਾ ਘਰ ਤੁਹਾਨੂੰ ਨਹੀਂ ਲੱਭਣਾ, ਰਾਈਟ? ਬੈਕ ਟੂ ਸਕੁਅਰ 1।
then you have to search again. So ਜਿਹੜਾ ਘਰ ਅੱਜ ਦੇਖਿਆ ਤੇ ਕੱਲ ਨੂੰ ਸਵੇਰੇ ਦਾ ਡਿਸੀਜਨ ਬਣਾਉਣਾ, ਉਹ ਘਰ ਕੋਈ ਅੱਜ ਸਵੇਰੇ ਦੇਖ ਗਿਆ ਉਹਨੇ ਅੱਜ ਸ਼ਾਮੀ ਡਿਸੀਜਨ ਬਣਾ ਕੇ ਆਫਰ ਪਾ ਦੇਣੀ ਹੈ। ਦੱਸ ਦੇ ਹੁਣ ਜੇ ਤੁਸੀਂ ਗੱਲ ਜਿਵੇਂ ਕੀਤੀ ਆ ਵੀ 2 ਮਹੀਨੇ ਹੋ ਗਏ ਘਰ ਲੱਗੇ ਨੂੰ, ਜਾਂ ਤਾਂ ਉਹਦੇ ਚ ਪ੍ਰਾਈਸ ਜ਼ਿਆਦਾ ਲੱਗੀ ਹੈ, ਮੰਨ ਲਓ ਤੁਸੀਂ ਉਹ ਚ ਡਿਸਕਾਊਂਟ ਹੋ ਜਾਏਗਾ, ਜਾਂ ਉਹ ਮੰਨ ਲਓ ਘਰ ਦੇ ਵਿੱਚ ਕੋਈ ਨਾ ਕੋਈ ਮੰਨ ਲਓ ਕਮੀ ਕਈ ਵਾਰੀ ਹੋ ਜਾਂਦੀ ਆ, ਜਾਂ ਮਾਰਕੀਟ ਹੀ ਇਦਾਂ ਦੀ ਆ। ਹੁਣ ਮੈਂ ਘਰ ਪਰਸੋਂ ਲਿਸਟ ਕੀਤਾ, ਲੌਂਗ ਵੀਕਐਂਡ ਆ ਜੀ, ਸਮਰ ਚੱਲ ਰਹੀ ਹੈ, ਜੁਲਾਈ ਦਾ ਮਹੀਨਾ ਆ ਗਿਆ, ਅਗਸਤ ਦੇ ਮਿਡਲ ਤੱਕ ਕੋਈ ਐਕਟੀਵਿਟੀ ਨਹੀਂ ਹੋਣੀ ਸਮਰ ਦੇ ਵਿੱਚ। ਉਹ ਘਰ 15 ਦਿਨਾਂ ਦੇ ਵਿੱਚ ਸ਼ੋਇੰਗ ਹੀ 4 ਹੋਈਆਂ ਨੇ, ਨਥਿੰਗ ਰੋਂਗ ਵਿਦ ਇਟ, ਕਿਉਂਕਿ ਉਹ ਲਿਸਟਿੰਗ ਦਾ ਟਾਈਮਿੰਗ ਉਹਦੀ ਇਦਾਂ ਦੀ ਸੀ ਵੀ ਲੌਂਗ ਵੀਕਐਂਡ ਆ ਗਿਆ, ਹੁਣ ਮੌਸਮ ਠੀਕ ਹੋ ਗਿਆ, ਲੋਕੀ ਬਾਹਰ ਤੁਰੇ ਫਿਰਦੇ ਨੇ, ਕੋਵਿਡ ਦਾ ਵੀ ਥੋੜਾ ਜਿਹਾ ਮੰਨ ਲਓ ਘਟ ਗਿਆ, ਤੇ ਪੀਪਲ ਆਰ ਆਊਟ ਐਂਡ ਅਬਾਊਟ ਗੈਟਿੰਗ ਰੈਡੀ ਫॉर ਸਕੂਲ ਔਰ ਯੂਨੀਵਰਸਿਟੀ, ਟ੍ਰਾਈਂਗ ਟੂ ਫਿਗਰ ਆਊਟ ਵੀ ਅਸੀਂ ਜੌਬ ਤੇ ਬੈਕ ਜਾਣਾ ਜਾਂ ਘਰੇ ਕਰਨਾ। ਉਹਦੇ ਵਿੱਚ ਹੁਣ ਘਰ ਦਾ ਤਾਂ ਕੋਈ ਕਸੂਰ ਨਹੀਂ, ਉਹ ਤਾਂ 15-20 ਦਿਨ ਸਿਰਫ ਉਹ ਲਿਸਟਿੰਗ ਪੁਰਾਣੀ ਹੋ ਗਈ, ਤੇ ਜਿਨ੍ਹਾਂ ਨੇ ਉਹ ਘਰ ਦੇਖਣਾ ਸੀ, ਟਾਈਮ ਸਪੈਂਡ ਕੀਤਾ, ਉਹ ਘਰ ਦੇਖਿਆ, ਉਹਨਾਂ ਨੇ ਗਏ ਤੇ ਜਾ ਕੇ ਆਫਰ ਪਾ ਕੇ ਉਹ ਘਰ ਖਰੀਦ ਲਿਆ ਜੀ। ਹਾਂ, ਸੋ ਇਹਦੇ ਚ ਕੋਈ ਇਹ ਨਹੀਂ ਹੈਗਾ ਵੀ ਘਰ 2 ਮਹੀਨੇ ਹੋ ਗਏ ਤੇ ਆਪਾਂ ਨੂੰ ਡਿਸਕਾਊਂਟ ਤੇ ਮਿਲ ਜਾਏਗਾ। ਇਟ ਜਸਟ ਆਲ ਡਿਪੈਂਡਸ ਔਨ ਪਰਸਨਲ ਸਿਚੁਏਸ਼ਨ, ਦੀ ਸੈਲਰ ਦੀ ਸਿਚੁਏਸ਼ਨ ਕੀ ਆ ਤੇ ਬਾਇਰ ਦੀ ਸਿਚੁਏਸ਼ਨ ਕੀ ਆ। ਬਿਲਕੁਲ। ਤਾਂ ਇਸ ਤਰ੍ਹਾਂ ਦੋਸਤੋ ਸਾਡੇ ਕਿਉਂਕਿ ਸਵਾਲ ਸਾਡੇ ਜ਼ਰੂਰ ਹੁੰਦੇ ਨੇ, ਬੇਸ਼ੱਕ ਛੋਟੇ ਸਵਾਲ ਹੁੰਦੇ ਨੇ, ਉਹ ਮਨ ਦੇ ਵਿੱਚ ਜਿਹੜੇ ਰੜਕਦੇ ਰਹਿੰਦੇ ਨੇ ਨਾ, ਉਹ ਸਾਨੂੰ ਪੁੱਛ ਲੈਣੇ ਚਾਹੀਦੇ ਨੇ ਜ਼ਰੂਰ, ਕਿਉਂਕਿ ਅਸੀਂ ਸੋਚਦੇ ਹਾਂ ਵੀ ਸ਼ਾਇਦ ਇਹ ਨਾ ਹੋਵੇ, ਸ਼ਾਇਦ ਇਹ ਨਾ ਹੋਵੇ, ਸ਼ਾਇਦ ਇਹ ਨਾ ਹੋਵੇ। ਤਾਂ ਉਹ ਅਗਰ ਸਾਡੀਆਂ ਕਲੀਅਰ ਹੋ ਜਾਂਦੀਆਂ ਨੇ ਤਾਂ ਸਾਨੂੰ ਲੱਗਦਾ ਹੈ ਕਿ ਹਾਂ ਯਾਰ ਵੀ ਅਸੀਂ ਬਾਅਦ ਦੇ ਵਿੱਚ ਵੀ ਨਹੀਂ ਪਛਤਾਉਂਦੇ, ਕਿਉਂਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਤੁਹਾਨੂੰ ਇੱਕ ਪ੍ਰੋਪਰ ਅਸੀਂ ਇਨਫੋਰਮੇਸ਼ਨ ਦੇਣ ਦੇ ਲਈ ਅਸੀਂ ਬੈਠੇ ਇੱਥੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇੱਕ ਪ੍ਰੋਪਰ, ਸਾਡੇ ਐਕਸਪਰਟਸ ਆਉਂਦੇ ਨੇ, ਉਹ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਤੁਹਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ। ਤੁਹਾਡੇ ਤੇ ਡਿਪੈਂਡ ਲੱਗਦਾ, ਤੁਹਾਨੂੰ ਲੱਗਦਾ ਵੀ ਹਾਂ ਉਹ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਤੋਂ ਕੋਈ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਕੋਈ ਕੁਐਰੀ ਕਰਨਾ ਚਾਹੁੰਦੇ ਹੋ, ਇਹਨਾਂ ਦੇ ਡਾਇਰੈਕਟ ਕੰਟੈਕਟ ਡਿਟੇਲਸ ਲਗਾਤਾਰ ਸਕਰੀਨ ਦੇ ਉੱਤੇ ਜਾਰੀ ਹੁੰਦੀਆਂ ਨੇ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ। ਬਾਕੀ ਨੈਮ ਜੀ ਦੇ ਨਾਲ ਅਸੀਂ ਹਰ ਮੰਗਲਵਾਰ ਨੂੰ ਇਸ ਪਲੇਟਫਾਰਮ ਦੇ ਉੱਤੇ ਆ ਕੇ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਦਿੰਦੇ ਰਹਿੰਦੇ ਹਾਂ। ਤੁਸੀਂ ਜੇਕਰ ਆਪਾਂ ਐਡਮਿੰਟਨ ਦੀ ਪ੍ਰਾਪਰਟੀਜ਼ ਦੀ ਗੱਲ ਕਰੀਏ ਜਾਂ ਸਰਾਊਂਡਿੰਗ ਐਡਮਿੰਟਨ ਦੀ ਪ੍ਰਾਪਰਟੀਜ਼ ਦੀ ਗੱਲ ਕਰੀਏ, ਤਾਂ ਖਰੀਦਣ ਜਾਂ ਵੇਚਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ ਹੈ। ਤਾਂ ਇੱਕ ਵੇਚਣ ਦੇ ਬਾਰੇ ਆਉਂਦੇ ਹਾਂ ਜੀ, ਵੇਚਣ ਦੀ ਗੱਲ ਕਰਦੇ ਹਾਂ ਵੀ ਜਿਹੜਾ ਇੱਕ ਵੇਚਣ ਦੇ ਲਈ ਇੱਕ ਦਫਾ ਹਮੇਸ਼ਾ ਆਪਾਂ ਕੋਸ਼ਿਸ਼ ਕਰੀਦੀ ਹੈ ਵੇਚਣ ਦੇ ਵਿੱਚ, ਜਦੋਂ ਤੁਹਾਡਾ ਇੰਟਰਸਟ ਹੁੰਦਾ, ਕਈ ਦਫਾ ਇਹ ਹੁੰਦਾ ਵੀ ਕਿਸੇ ਨੇ ਘਰ ਲਗਾਇਆ ਹੈਗਾ ਵੀ ਵੇਚਣ ਦੇ ਲਈ, ਤਾਂ ਵੇਚਣ ਦੇ ਵਿੱਚ ਹੁਣ ਇੱਕ ਬੰਦਿਆਂ ਦਾ ਇਹ ਸੋਚ ਹੈਗੀ ਵੀ ਮੈਂ ਘਰ ਵੇਚਣਾ ਹੈਗਾ ਤਾਂ ਮੈਂ ਇੱਕ ਰੀਅਲਟਰ ਨੂੰ ਇਨਵੋਲਵ ਕਰ ਰਿਹਾ। ਹਾਂਜੀ, ਵੀ ਮੈਂ ਇੱਕ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਹੈ, ਰੀਅਲਟਰ ਸਾਰੀ ਚੀਜ਼ਾਂ ਕਰਕੇ ਦੇਗਾ, ਰੀਅਲਟਰ ਕਿਤੇ ਨਾ ਕਿਤੇ ਹਨਾ ਬਈ ਜਿਹੜੀ ਇੱਕ ਤੁਸੀਂ ਕਹਿ ਦਿੰਦੇ ਫੋਟੋਗ੍ਰਾਫੀ ਵੀ ਹੁੰਦੀ ਆ, ਬੜੀਆਂ ਚੀਜ਼ਾਂ ਹੁੰਦੀਆਂ ਨੇ, ਬੜਾ ਤੁਸੀਂ ਇਨਵੈਸਟਮੈਂਟ ਮਾਰਕੀਟ ਐਨਾਲਿਸਿਸ ਹੁੰਦੀ ਹੈ, ਉਹਦੇ ਵਿੱਚ ਤੁਸੀਂ ਡਿਫਰੈਂਟ ਲਾਈਕ ਵੀ ਅਗਰ ਨੈਮ ਕੁਲਾਰ ਦੀ ਗੱਲ ਕਰੀਏ, ਤੁਹਾਡੀ ਜਿਵੇਂ ਸੈਲਰ ਜਿਹੜੀ ਹੈਗੀ ਹੈ ਪੁਆਇੰਟ ਆਫ ਵਿਊ ਦੇ ਨਾਲ, ਕਿਸ ਤਰ੍ਹਾਂ ਤੁਸੀਂ ਆਪਣੀ ਪ੍ਰਾਪਰਟੀ ਨੂੰ ਸੇਲ ਕਰਨ ਦੇ ਵਿੱਚ ਰੀਚ ਕਰਦੇ ਹੋ? ਜ਼ਿਆਦਾਤਰ ਇਹ ਜੀ ਐਡਵਰਟਾਈਜ਼ਮੈਂਟ, ਜਿੰਨੀ ਪ੍ਰਾਪਰਟੀ ਦੀ ਮਾਰਕੀਟਿੰਗ ਹੋਏਗੀ ਬੇਸਡ ਔਨ ਉਹ ਕਿੱਦਾਂ ਦੀ ਪ੍ਰਾਪਰਟੀ ਆ, ਉਦਾਂ ਦਾ ਉਹਨੂੰ ਰਿਜ਼ਲਟ ਮਿਲਣਾ, ਉਦਾਂ ਦੀ ਉਹ ਪ੍ਰਾਪਰਟੀ ਵਿਕਣੀ ਹੈ ਜੀ। ਸਿੰਪਲ, ਇਹਦੇ ਚ ਕੋਈ ਹੋਰ ਦੋ ਰਾਏ ਨਹੀਂ ਹੈ। ਦੂਜੀ ਗੱਲ, ਬੰਦੇ ਨੂੰ ਕਈ ਵਾਰੀ ਹੁੰਦਾ ਜੀ ਅਸੀਂ ਆਪ ਵੇਚ ਲਾਂਗੇ, ਅਸੀਂ ਆਪ ਕਰ ਲਾਂਗੇ। ਐਬਸੋਲੂਟਲੀ ਤੁਹਾਡੀ ਰੀਚ ਕੀ ਆ? ਸਿਰਫ ਤੇ ਸਿਰਫ ਫੇਸਬੁੱਕ ਤੇ ਤੁਹਾਡੇ ਨਾਲ 500 ਬੰਦਾ ਜੁੜਿਆ ਜੀ, ਮੇਬੀ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਨੂੰ 100 ਬੰਦਾ ਫੈਮਲੀਆਂ ਜਾਣਦੀਆਂ ਨੇ, ਜਾਂ ਤੁਸੀਂ ਰੋਡ ਦੇ ਉੱਤੇ ਫੱਟਾ ਲਾਤਾ ਹਾਊਸ ਫॉर ਸੇਲ ਬਾਈ ਓਨਰ ਜੀ, ਉਹਦੇ ਚ ਕੀ ਹੈ, ਜਿਹੜੇ ਬੰਦੇ ਉੱਥੇ ਰਹਿੰਦੇ ਨੇ ਉਹੀ ਸਿਰਫ ਉਹ ਫੱਟਾ ਦੇਖ ਰਹੇ ਨੇ, ਉਹੀ ਬੰਦੇ ਉਹ ਡਰਾਈਵ ਕਰਕੇ ਦੇਖ ਰਹੇ ਨੇ। ਮੈਂ ਤਾਂ ਅੱਜ ਕੱਲ੍ਹ ਕਈ ਵਾਰ ਕਹਿੰਦਾ ਵੀ ਮੈਨੂੰ ਤਾਂ ਉੱਥੇ ਸਾਈਟ ਪ੍ਰਾਪਰਟੀ ਦੇ ਉੱਤੇ ਬੋਰਡ ਲਗਾਉਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਉਹ ਤਾਂ ਉਹੀ ਬੰਦੇ ਦੇਖ ਰਹੇ ਨੇ, ਉਹ ਡੇਲੀ ਉਹ ਕੰਮ। ਸੋ ਜਿਹੜੀ ਸੈਲਰ ਨੂੰ ਉੱਤੇ, ਫਿਰ ਦੂਜੀ ਗੱਲ ਉਹ ਸਭ ਤੋਂ ਵੱਡੀ ਇਹ ਜਾਂਦੀ ਹੈ, ਉਹਨਾਂ ਕੋਲ ਕੰਪੈਰੀਟਿਵ ਡੇਟਾ ਕੋਈ ਨਹੀਂ ਹੈ। ਘਰ ਕਿੰਨੇ ਦੇ ਲਿਸਟ ਹੋਏ ਸੀ, ਕਿੰਨੇ ਦੇ ਵਿਕੇ ਨੇ, ਕਿੰਨੇ ਦੇ ਲਿਸਟ ਹੋ ਰਹੇ ਨੇ, ਮਾਰਕੀਟ ਦਾ ਟ੍ਰੈਂਡ ਕੀ ਹੈ, ਕਿੰਨੀ ਦੇਰ ਚ ਵਿਕ ਰਹੇ ਨੇ। ਉਹ ਬੰਦਾ ਕਈ ਵਾਰੀ ਜੇ ਉਹਨੂੰ ਆਪਾਂ ਸੋਚਦੇ ਹਾਂ ਵੀ ਮੈਂ ਆਪਦੇ ਪੈਸੇ ਬਚਾ ਲੂੰਗਾ ਜਾਂ ਕਰ ਲੂੰਗਾ, ਦੇ ਸ਼ੂਟ ਦੈਮਸੈਲਫ ਇਨ ਦ ਫੁੱਟ, ਵੀ ਉਹ ਕਹਿੰਦਾ ਆਪਦੇ ਪੈਰ ਆਪ ਖਿਲਾੜੀ ਮਾਰ ਲੈਂਦਾ। ਕਿਉਂ? ਘਰ ਸਸਤਾ ਵੇਚਦਾ, ਜਾਂ ਨੈਗੋਸ਼ੀਏਸ਼ਨ ਨਹੀਂ ਕਰਨੀ ਆਉਂਦੀ, ਜਾਂ ਕੰਟਰੈਕਟ ਨਹੀਂ ਲਿਖਣਾ ਆਉਂਦਾ, ਤੇ ਉਹ ਮੁੜ ਕੇ ਫਿਰ ਵਕੀਲਸ ਨੂੰ, ਲਾਇਰਸ ਨੂੰ ਆਪਾਂ ਇਨਵੋਲਵ ਕਰਨਾ ਪੈਂਦਾ, ਪ੍ਰੋਸੈਸ ਲੰਮਾ ਹੋ ਜਾਂਦਾ। ਬਟ ਇਫ ਯੂ ਗੈਟ, ਜਿਵੇਂ ਕਹਿੰਦੇ ਪਹਿਲਾਂ ਆਪਾਂ ਉਹ ਸਰਵਿਸ ਰੀਚ ਕਰ ਲਈਏ, ਆਪਾਂ ਕਿਸੇ ਨੂੰ ਪੁੱਛ ਲਈਏ, ਕੋਈ ਜ਼ਰੂਰੀ ਨਹੀਂ ਵੀ ਮੇਰੇ ਥਰੂ ਹੀ ਵੇਚਣਾ, ਕਿਸੇ ਹੋਰ ਰੀਅਲਟਰ ਨੂੰ ਵੀ ਕਰ ਸਕਦੇ ਹੋ ਤੁਸੀਂ, ਪਰ ਐਟਲੀਸਟ ਫੋਨ ਕਰੋ, ਜ਼ਰੂਰ ਇਨਵੋਲਵ ਕਰੋ, ਇੱਕ ਵਾਰੀ ਤੁਸੀਂ ਸਲਾਹ ਲੈ ਲਓ, ਤੁਹਾਨੂੰ ਪਸੰਦ ਆਏ, ਤੁਹਾਨੂੰ ਸਰਵਿਸ ਚੰਗੀ ਲੱਗੇ ਤੇ ਕਰ ਦਿਓ ਜੀ। ਤੁਸੀਂ ਗੱਲ ਪੁੱਛੀ ਡਿਫਰੈਂਸ ਦੀ, ਮੈਂ ਜਿਵੇਂ ਕਹਿੰਦੇ ਵੀ ਅੱਗੇ ਵੀ ਆਪਣੀ ਕਈ ਵਾਰੀ ਫੋਨ ਤੇ ਮੈਂ ਆਪਦੇ ਫੋਨ ਨਾਲ ਅਟੈਚਡ ਹਾਂ। ਜੇ ਹੁਣ ਮੇਰੇ ਕੋਲੇ ਕੋਈ ਰਿਕੁਐਸਟ ਆਉਂਦੀ ਹੈ, ਕਿਸੇ ਨੇ ਕੋਈ ਘਰ ਦੇਖਣਾ, ਮੈਨੂੰ ਕੋਈ ਫਰਕ ਨਹੀਂ, ਉਹ ਚਾਹੇ ਨਾਰਥ ਸਾਈਡ 'ਚ ਲੱਗਿਆ, ਚਾਹੇ ਉਹ ਫੋਰਟ ਸੈਸਕੈਚੁਅਨ ਲੱਗਿਆ, ਲਡੂਕ ਦੇ ਵਿੱਚ ਲੱਗਿਆ, ਮੈਂ ਉਹ ਜਾ ਕੇ ਸ਼ੋਇੰਗ ਕਰਾਉਣੀ ਹੈ। ਜਾਂ ਮੇਰੇ ਕੋਲ ਕੋਈ ਟੈਕਸਟ ਮੈਸੇਜ ਆ ਗਿਆ, ਰਿਕੁਐਸਟ ਆ ਗਈ ਵੀ ਅਸੀਂ ਘਰ ਦੇਖਣਾ ਚਾਹੁੰਦੇ ਹਾਂ, ਦੂਜੇ ਰੀਅਲਟਰ ਦਾ ਆ ਗਿਆ ਵੀ ਮੇਰੇ ਕੋਲੇ ਕਲਾਇੰਟ ਆ, ਤੁਹਾਡਾ ਘਰ ਦੇਖਣਾ ਚਾਹੁੰਦੇ ਨੇ, ਆਈ ਐਮ ਰਿਸਪੌਂਸਿਵ।
ਮੈਂ ਰਾਈਟ ਅਵੇ ਉਸ ਚੀਜ਼ ਨੂੰ ਰਿਸਪੌਂਸ ਕਰਦਾ ਤਾਂ ਕਿ ਉਸ ਚੀਜ਼ ਡਿਲੇ ਨਾ ਹੋਵੇ। ਮੈਂ ਇਹ ਦੇਖਿਆ ਸਪੈਸ਼ਲੀ ਤੁਹਾਨੂੰ ਕਦੀ ਅਸੀਂ ਮੈਸੇਜ ਵੀ ਕਰਦੇ ਤੁਹਾਡਾ ਰਾਈਟ ਵੇ ਰਿਵਰਟ ਆ ਜਾਂਦਾ ਵੀ ਹਾਂ ਇਸ ਦਿਨ ਆਪਾਂ ਸ਼ੂਟ ਕਰ ਲੈਣਾ ਜਾਂ ਇੱਥੇ ਆਹ ਮੀਟਿੰਗ ਕਰ ਸਕਦੇ ਹਾਂ ਨਾਲ ਤੁਸੀਂ ਵਿਦ ਇਨ ਲਾਈਕ 30-40 ਮਿੰਟਸ ਸਾਡੇ ਲਈ ਮੇਰਾ ਐਕਸਪੀਰੀਅੰਸ ਹੈਗਾ ਵੀ ਤੁਸੀਂ ਜ਼ਰੂਰ ਰਿਪਲਾਈ ਕਰ ਦਿੰਦੇ ਹੋ ਇਸ ਚੀਜ਼ ਨੂੰ ਲੈ ਕੇ। ਹਾਂ ਤੇ ਮੇਰੀ ਸਭ ਤੋਂ ਵੱਡਾ ਯੂਐਸਪੀ ਇਹ ਹੈ ਵੀ ਜੇ ਮੈਨੂੰ ਫੋਨ ਕਾਲ ਆ ਗਈ, ਕਾਲ ਮਿਸ ਹੋ ਗਈ ਜੀ ਐਬਸੋਲੂਟਲੀ ਉਹ ਮੇਰੇ ਰੈਕੋਰਡ ਦੇ ਵਿੱਚ ਆ ਗਈ, ਕਾਲ ਮਿਸ ਹੋਈ, ਉਹ ਤੁਹਾਨੂੰ ਕਾਲ ਰਿਟਰਨ ਕੀਤੀ ਜਾਏਗੀ। ਮੇਰੀ ਕੋਸ਼ਿਸ਼ ਹੁੰਦੀ ਹੈ as soon as I'm done with one client ਜਾਂ ਕਿਸੇ ਆਪਾਂ ਮੀਟਿੰਗ 'ਚ ਬੈਠੇ ਹਾਂ ਉਹ ਤੋਂ ਬਾਅਦ ਨਿਕਲ ਕੇ ਮੈਂ ਜੋ ਕਾਲਸ ਮਿਸ ਹੋਈਆਂ ਜਾਂ ਟੈਕਸਟ ਹੋਈਆਂ within 30-40 ਮਿੰਟਸ ਕਿਉਂਕਿ ਘੰਟੇ ਤੋਂ ਬਾਅਦ ਮੀਟਿੰਗ ਕੋਈ ਹੁੰਦੀ ਨਹੀਂ ਜੀ ਮੈਕਸ 30 ਮਿੰਟਸ 40 ਮਿੰਟਸ ਤੇ ਮੈਂ ਜਦ ਹੀ ਮੇਰੀ ਕੋਸ਼ਿਸ਼ ਹੁੰਦੀ ਉਹ ਰਿਟਰਨ ਕਰੀ ਕਿਉਂ ਜੇ ਕਿਸੇ ਕਲਾਇੰਟ ਨੇ ਘਰ ਦੇਖਣਾ ਜਾਂ ਉਹਨਾਂ ਨੇ ਵੇਚਣਾ ਜਾਂ ਉਹ ਲੈਣਾ ਚਾਹੁੰਦੇ ਨੇ ਜਾਂ ਉਹ ਦੱਸਣਾ ਚਾਹੁੰਦੇ ਨੇ ਕੋਈ ਕੁਐਸਚਨ ਹੈ ਉਹਨਾਂ ਦਾ ਮੇਰੀ ਕੋਸ਼ਿਸ਼ ਹੈ ਮੈਂ ਉਹ ਜਵਾਬ ਦੇਵਾਂ ਤੇ ਛੇਤੀ ਉਹਨਾਂ ਨੂੰ ਉਹ ਸਰਵਿਸ ਦੇਵਾਂ ਦੈਟਸ ਮਾਈ ਸਰਵਿਸ। ਬਿਲਕੁਲ ਹਾਂਜੀ ਤਾਂ ਬਿਲਕੁਲ ਦੋਸਤੋ ਘਰ ਖਰੀਦਣਾ ਵੇਚਣ ਦੇ ਲਈ ਜ਼ਰੂਰ ਸਾਡੇ ਨਾਲ ਤੁਸੀਂ ਇਹਨਾਂ ਸ਼ੋਜ਼ ਨੂੰ ਰੀਅਲ ਸਟੇਟ ਗੁਰੂ ਸਾਡੇ ਇਹਨਾਂ ਸ਼ੋਜ਼ ਨੂੰ YouTube ਤੇ Facebook ਚੈਨਲ ਤੇ ਦੇਖ ਸਕਦੇ ਹੋ। ਸਾਡੇ ਐਕਸਪਰਟ ਆ ਕੇ ਤੁਹਾਨੂੰ ਜਿਹੜੀ ਹੈਗੀ ਆ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਆ। ਤਾਂ ਨੈਮ ਭਾਜੀ ਜਿੱਦਾਂ ਹੋਰ ਵੀ ਜਿਵੇਂ ਮਾਰਕੀਟ ਦੇ ਵਿੱਚ ਕਾਫੀ ਵੱਡੀ ਇੱਕ ਹਵਾ ਵੀ ਚੱਲ ਰਹੀ ਹੈ ਕਿ ਜਿਹੜੀ ਹੈਗੇ ਮਈ ਜੂਨ ਦੇ ਵਿੱਚ ਘਰਾਂ ਦੀ ਜਿਹੜੀ ਹੈਗੀ ਆ ਸੇਲ ਕਾਫੀ ਜ਼ਿਆਦਾ ਕੰਪੈਰੀਟਿਵਲੀ ਪਿਛਲੇ ਸਾਲ ਜਾਂ ਪਿਛਲੇ ਮਹੀਨਿਆਂ ਦੇ ਵਿੱਚੋਂ ਕਾਫੀ ਜ਼ਿਆਦਾ ਹੋਈ ਹੈ। ਹਾਂਜੀ ਤੁਹਾਡਾ ਕੀ ਕਹਿਣਾ ਹੈਗਾ ਵੀ ਕਿ ਅਗਰ ਸੇਲ ਜ਼ਿਆਦਾ ਹੋਈ ਹੈ ਠੀਕ ਹੈ ਲੇਕਿਨ ਕਿਹੜੀ ਐਵਰੇਜ ਘਰ ਦੀ ਵੀ ਇਨਵੈਸਟਰਸ ਨੇ ਜ਼ਿਆਦਾ ਘਰ ਲਏ ਨੇ ਸੈਕਿੰਡ ਹੋਮ ਬਾਇਰ ਜ਼ਿਆਦਾ ਆਏ ਨੇ ਜਾਂ ਫਿਰ ਜਿਹੜੇ ਐਂਡ ਯੂਜ਼ਰ ਦੀ ਗੱਲ ਕਰਦੇ ਆ ਵੀ ਜਿਨ੍ਹਾਂ ਨੇ ਆਪਣਾ ਘਰ ਫਸਟ ਟਾਈਮ ਹੋਮ ਬਾਇਰ ਨੇ ਜ਼ਿਆਦਾ ਮੇਜਰ ਮਾਰਕੀਟ ਕਿਹਨਾਂ ਦੀ ਰਹੀ ਹੈ ਸਰ? ਇਹ ਮਿਕਸਡ ਰਿਸਪੌਂਸ ਰਿਹਾ ਭਾਜੀ ਜੀ। ਮਾਰਚ ਅਪ੍ਰੈਲ ਵਾਲੀ ਮਾਰਕੀਟ ਥੋੜੀ ਜਿਹੀ ਕੰਪਰੈਸ ਹੋ ਗਈ ਸੀ ਜੀ। ਉਹ ਸਾਰੀ ਮਾਰਕੀਟ ਮੰਨ ਲਓ ਜਾਂ ਜੋ ਵੀ ਟ੍ਰਾਂਜੈਕਸ਼ਨਸ ਹੋਏ ਨੇ ਉਹ ਮਈ ਜੂਨ ਦੇ ਵਿੱਚ ਹੋਏ ਨੇ ਤੇ ਉਹਦੇ ਵਿੱਚ ਇਨਵੈਸਟਰਸ ਨੇ ਵੀ ਕਾਫੀ ਉਹਨਾਂ ਨੂੰ ਪਤਾ ਸੀ ਕਿਉਂਕਿ ਹੁਣ ਕੋਵਿਡ ਕਰਕੇ ਉਹ ਹੋਇਆ ਮਾਰਕੀਟ ਸਲੋ ਡਾਊਨ ਹੋਈ ਹੈ ਸਲੰਪ ਸੀਗਾ ਇਨਵੈਸਟਰਸ ਨੇ ਵੀ ਕਾਫੀ ਪ੍ਰਾਪਰਟੀਆਂ ਲਈਆਂ ਫਰਸਟ ਟਾਈਮ ਯੂਜ਼ਰਸ ਵਾਸਤੇ ਬਹੁਤ ਵਧੀਆ ਮੌਕਾ ਸੀਗਾ ਤੇ ਉਹਨਾਂ ਨੇ ਇਸ ਚੀਜ਼ ਦਾ ਬਹੁਤ ਲਾਭ ਉਠਾਇਆ। ਇੰਟਰਸਟ ਰੇਟ ਬਿਲਕੁਲ ਘੱਟ ਨਹੀਂ ਸੀ, ਇੰਟਰਸਟ ਰੇਟ ਬਹੁਤ ਜ਼ਿਆਦਾ ਘੱਟ ਸੀ ਹਾਂਜੀ ਤੇ ਇਨਵੈਂਟਰੀ ਹਜੇ ਸਟਿਲ ਉੱਥੇ ਹੀ ਸੀਗੀ ਰਾਈਟ। ਸੋ ਉਹਨਾਂ ਨੇ ਬਹੁਤ ਤੇ ਉਹਦੇ ਵਿੱਚੋਂ ਇੱਕ ਦੋ ਮੰਨ ਲਓ ਆਪਾਂ ਕਹਿ ਦਿੰਦੇ ਆ ਵੀ ਇਦਾਂ ਦੇ ਵੀ ਆਪਾਂ ਦੇਖਣ ਨੂੰ ਮਿਲੇ ਨੇ ਵੀ ਜਿਹੜਾ ਨੇ ਮੰਨ ਲਓ ਜੰਪ ਕਰ ਲਿਆ ਵੀ ਆਪਦੀ ਪ੍ਰਾਪਰਟੀ ਨਹੀਂ ਵੇਚੀ ਹੈਗੀ ਸੈਕੰਡ ਘਰ ਖਰੀਦ ਲਿਆ ਕਿਉਂਕਿ ਮਾਰਕੀਟ ਬਹੁਤ ਹੀ ਅਗਰੈਸਿਵ ਸੀਗੀ ਬਾਇਰਸ ਵਾਸਤੇ ਤੇ ਇੰਟਰਸਟ ਰੇਟ ਵਧੀਆ ਸੀ ਉਹਨਾਂ ਨੇ ਸੈਕੰਡ ਪ੍ਰਾਪਰਟੀ ਓਨ ਕਰ ਲਈ ਚਾਹੇ ਐਜ਼ ਅ ਰੈਂਟਰ ਰੱਖ ਲੈਣ ਦੇ ਆਲਸੋ ਬਿਕੇਮ ਇਨਵੈਸਟਰਸ ਇਨ ਅ ਸੈਕੰਡ ਟਰਮ ਤੇ ਜ਼ਿਆਦਾਤਰ ਸਵੀਟ ਸਪੌਟ ਜੋ ਰਿਹਾ ਅਰਾਊਂਡ 450 to 550 ਦੀ ਮਾਰਕੀਟ ਦੇ ਵਿੱਚ ਰਿਹਾ ਤੇ ਉਹ ਸਟਾਰਟਰ ਹੋਮਸ ਦੇ ਵਿੱਚ 300 ਤੋਂ 400 ਤੱਕ ਤਾਂ ਤੁਹਾਨੂੰ ਪਤਾ ਮਾਰਕੀਟ ਹਮੇਸ਼ਾ ਚੱਲਦੀ ਹੀ ਰਹਿੰਦੀ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ। ਕੁਝ ਮੈਸੇਜ ਕੁਝ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਨੈਮ ਭਾਜੀ ਤੁਸੀਂ? ਹਾਂਜੀ ਮੇਰਾ ਇੱਕੋ ਹੀ ਗੱਲ ਹੁੰਦੀ ਹੈ ਹਮੇਸ਼ਾ ਵੀ ਤੁਸੀਂ ਕਿਸੇ ਵੀ ਟਾਈਮ ਤੁਹਾਨੂੰ ਕੋਈ ਵੀ ਬੇਸਿਕ ਤੋਂ ਤੁਹਾਨੂੰ ਇਹ ਨਾ ਲੱਗੇ ਵੀ ਕੁਐਸਚਨ ਬਹੁਤ ਛੋਟਾ ਜਿਹਾ ਛੋਟਾ ਕੁਐਸਚਨ ਬਹੁਤ ਵੱਡਾ ਕੁਐਸਚਨ ਹੁੰਦਾ ਉਹ ਰੜਕਦਾ ਰਹਿੰਦਾ ਖਾਸ ਕਰਕੇ ਇਨਵੈਸਟਮੈਂਟ ਆਪਣੀ ਵੱਡੀ ਆ ਰੀਅਲ ਸਟੇਟ ਦੇ ਵਿੱਚ 3-4-5 ਲੱਖ ਡਾਲਰ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਸਾਰੀ ਉਮਰ ਦੀ ਕਮਿਟਮੈਂਟ ਆ। ਸੋ ਤੁਹਾਡੇ ਕੋਈ ਵੀ ਇਸ ਸੰਬੰਧੀ ਕੋਈ ਵੀ ਕੁਐਸਚਨ ਹੈ ਟੈਕਸਟ ਮੈਸੇਜ ਕਰ ਦਿਓ ਕਾਲ ਕਰ ਦਿਓ ਭਾਜੀ ਉਹਨਾਂ ਨੂੰ ਰੀਚ ਆਊਟ ਕਰ ਲਿਓ ਤੁਸੀਂ ਥੱਲੇ ਫੇਸਬੁੱਕ ਤੇ ਕਮੈਂਟ ਪਾ ਦਿਓ ਕੁਐਸਚਨ ਪਾ ਦਿਓ ਐਂਡ ਕੋਸ਼ਿਸ਼ ਕਰਾਂਗੇ ਆਪਾਂ ਉਸ ਚੀਜ਼ ਦਾ ਜਵਾਬ ਦੇ ਸਕੀਏ। ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਨੈਮ ਭਾਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਥੈਂਕ ਯੂ ਹਰ ਹਫਤੇ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋ। ਦੋਸਤੋ ਸਾਡੇ ਇਹਨਾਂ ਸ਼ੋਜ਼ ਨੂੰ ਇਸੇ ਤਰ੍ਹਾਂ ਦੇਖਦੇ ਰਹੋ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਤੁਹਾਡੇ ਸਵਾਲਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਜਵਾਬ ਸਾਡੇ ਐਕਸਪਰਟਸ ਤੋਂ ਦਿਲਾਉਂਦੇ ਰਹੀਏ। ਵਾਰ-ਵਾਰ ਇਹੀ ਕਹਿੰਦੇ ਕਿ ਇਹ ਸ਼ੋਜ਼ ਜਿਹੜੇ ਹੈਗੇ ਨੇ ਤੁਹਾਨੂੰ ਇੱਕ ਜਾਣਕਾਰੀ ਦੇਣ ਦੇ ਲਈ ਅਸੀਂ ਸਾਡੇ ਦਰਸ਼ਕਾਂ ਦੇ ਲਈ ਪੇਸ਼ ਕਰਦੇ ਹਾਂ। ਸਾਡੇ ਐਕਸਪਰਟ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਸੀਂ ਵਾਰ-ਵਾਰ ਇਹੀ ਕਹਿੰਦੇ ਹਾਂ ਕਿ ਅਸੀਂ ਕਿਸੇ ਨੂੰ ਗਲਤ ਨਹੀਂ ਠਹਿਰਾਉਂਦੇ ਕਿਸੇ ਨੂੰ ਅਸੀਂ ਜਿਹੜੀ ਹੈਗੀ ਕਿਸੇ ਦੇ ਖਿਲਾਫ ਨਹੀਂ ਬੋਲਣ ਦੀ ਅਸੀਂ ਜਿਹੜੀ ਹੈਗੀ ਕੋਸ਼ਿਸ਼ ਕਰਦੇ। ਸਾਡੀ ਇਹੀ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਘਰੇ ਬੈਠੇ ਬਿਠਾਏ ਅਸੀਂ ਜਿੰਨੀ ਕੁ ਇਨਫੋਰਮੇਸ਼ਨ ਦੇ ਸਕੀਏ ਉਹਦੇ ਨਾਲ ਸਾਡੇ ਤੁਸੀਂ ਜਿਹੜੇ ਹੈਗੇ ਹੋਰ ਮਨੋਰੰਜਨ ਭਰਪੂਰ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਇਹਨਾਂ ਸ਼ੋਜ਼ ਨੂੰ ਹਨੀ ਵਾਲੀਆ ਸ਼ੋਜ਼ ਨੂੰ ਤੁਸੀਂ ਜਿਹੜਾ ਹੈਗਾ ਫੇਸਬੁੱਕ ਦੇ ਉੱਤੇ ਪੇਜ ਲਾਈਕ ਕਰ ਸਕਦੇ ਹੋ। ਇਸ ਦੇ ਨਾਲ ਸਾਡਾ ਜਿਹੜਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ।